किताब विपरण की रीत तो सच दा मार्ग भाग पंजवां। लेखक सरदार गुरबख्श सिंह काला अफगाना। सतवें कांड का चौथा भाग। दशमेश जी के हुक्म दियां वंडियां। आवाज़ गुरजंट सिंह रूपोवाली। वाहिगुरू जी का खालसा वाहिगुरू जी की फतेह। इसे पुस्तक के पहले भाग की भूमिका विच हारमैन्यूटिक्स के विद्वानां की खोज का सिट्टा लिखिया होया है कि उंज तां किसी शब्द ਜਾਂ ਕਿਸੇ ਖਾਸ ਤੁਕ ਦੇ ਸਥਾਈ ਅਰਥ ਨੂੰ ਪੂਰੇ ਗ੍ਰੰਥ ਦਾ ਸਿਧਾਂਤ ਮੰਨ ਲੈਣਾ ਵੀ ਵੱਡੀ ਹੂੜ ਮੱਤ ਹੀ ਹੈ, ਪਰ ਕਿਸੇ ਧਰਮ ਗ੍ਰੰਥ ਦੀ ਬਾਣੀ ਨਾਲ ਅਜਿਹਾ ਮਨਮਤੀ ਵਿਹਾਰ ਕਰਨਾ ਕੌਮੀ ਬਦਕਿਸਮਤੀ ਹੋਇਆ ਕਰਦੀ ਹੈ। ਇਹ ਗੱਲ ਪਹਿਲਾਂ ਵੀ ਕਈ ਥਾਈਂ ਲਿਖਦੇ ਆ ਰਹੇ ਹਾਂ ਕਿ ਕੌਮ ਦੇ ਜਨਮਦਾਤੇ ਦੇ ਉਪਦੇਸ਼ ਦੇ ਕਿਸੇ ਪੱਖ ਨੂੰ ਆਪਣੀ ਮੱਤ ਅਨੁਸਾਰ ਵਰਤਣਾ ਆਰੰਭ ਕਰ ਲੈਣਾ ਕੌਮ ਦੀ ਉਸ ਆਭਾ ਲਈ ਸਖਤ ਹਾਨੀਕਾਰਕ ਹੁੰਦਾ ਹੈ ਜਿਸ ਦੈਵੀ ਆਭਾ ਦੇ ਕਾਰਨ ਕੌਮ ਨੇ ਸੰਸਾਰ ਵਿੱਚ ਮਾਣ ਪ੍ਰਾਪਤ ਕੀਤਾ ਹੁੰਦਾ ਹੈ। ਗੁਰਬਾਣੀ ਦੀ ਕਿਸੇ ਵਿਸ਼ੇਸ਼ ਤੁਕ ਦੇ ਜਾਂ ਕਿਸੇ ਇੱਕ ਸ਼ਬਦ ਦੇ ਸਥਾਈ ਅਤੇ ਅੱਖਰੀ ਅਰਥ ਆਪਣੀ ਵਿਉਂਤ ਨਾਲ ਵਰਤਣ ਵਾਲੇ ਲਿਖਾਰੀ ਅਥਵਾ ਪ੍ਰਚਾਰਕ ਜਿਸ ਪ੍ਰਕਾਰ ਦਾ ਕੌਮੀ ਨੁਕਸਾਨ ਪਹੁੰਚਾਈ ਤੁਰੇ ਜਾ ਰਹੇ ਹਨ, ਉਸ ਦਾ ਜ਼ਿਕਰ ਪੁਸਤਕ ਦੇ ਪਿਛਲੇ 4 ਭਾਗਾਂ ਵਿੱਚ ਵੀ ਕਈ ਥਾਈਂ ਕੀਤਾ ਹੈ, ਪਰ ਮਾਸ ਕਰ ਮੂਰਖ ਝਗੜੇ ਪੁਸਤਕ ਵਿੱਚ ਇਹ ਵਿਚਾਰ ਉਚੇਚੇ ਤੌਰ 'ਤੇ ਬੜੇ ਵਿਸਥਾਰ ਨਾਲ ਲਿਖੇ ਹਨ। ਇੱਥੇ ਅਸਾਂ ਦਸ਼ਮੇਸ਼ ਜੀ ਦੇ ਉਹਨਾਂ ਬਚਨਾਂ ਦੀ ਮਨਮਤੀ ਵਰਤੋਂ ਬਾਰੇ ਵਿਚਾਰ ਕਰਨੀ ਹੈ ਜਿਹੜੇ ਉਹਨਾਂ ਨੇ ਆਪਣੇ ਖਾਲਸੇ ਨੂੰ ਸੰਬੋਧਨ ਕਰਕੇ ਕਹੇ ਸਨ। ਆਪਣੇ ਸੰਕਲਪ ਵਾਲਾ ਸੰਤ ਸੂਰਮਾ ਸਾਹਮਣੇ ਖਲੋਤਾ ਵੇਖ ਕੇ ਗਦਗਦ ਹੋਇਆ ਦਸ਼ਮੇਸ਼ ਜੀ ਨੇ ਇਉਂ ਫਰਮਾਨ ਕੀਤਾ। ਖਾਲਸਾ ਮੇਰੋ ਰੂਪ ਹੈ ਖਾਸ, ਖਾਲਸੇ ਮੈਂ ਹੂੰ ਕਰੋ ਨਿਵਾਸ। ਖਾਲਸਾ ਮੇਰੋ ਮੁਖ ਹੈ ਅੰਗਾ, ਖਾਲਸੇ ਕੇ ਹੋਂ ਸਦ ਸਦ ਸੰਗਾ। ਖਾਲਸਾ ਮੇਰੋ ਇਸ਼ਟ ਸੁਹਿਰਦ, ਖਾਲਸਾ ਮੇਰੋ ਕਹੀਅਤ ਬਿਰਦ। ਖਾਲਸਾ ਮੇਰੋ ਪਛ ਅਰਪਾਤਾ, ਖਾਲਸਾ ਮੇਰੋ ਸੁਖ ਅਹਲਾਦਾ। ਖਾਲਸਾ ਮੇਰੋ ਮਿੱਤਰ ਸਖਾਈ, ਖਾਲਸਾ ਮਾਤ ਪਿਤਾ ਸੁਖਦਾਈ। ਖਾਲਸਾ ਮੇਰੀ ਸ਼ੋਭਾ ਸੀਲਾ, ਖਾਲਸਾ ਬੰਧ ਸਖਾ ਸਦ ਢੀਲਾ। ਖਾਲਸਾ ਮੇਰੀ ਜਾਤ ਅਰ ਪਤ, ਖਾਲਸਾ ਸੋ ਮਾਂ ਕੋ ਉਤਪਤ। ਖਾਲਸਾ ਮੇਰੋ ਭਵਨ ਭੰਡਾਰਾ, ਖਾਲਸੇ ਕਰ ਮੇਰੋ ਸਤਕਾਰਾ। ਖਾਲਸਾ ਮੇਰੋ ਸਵਜਨ ਪਰਵਾਰਾ, ਖਾਲਸਾ ਮੇਰੋ ਕਰਤ ਉਧਾਰਾ। ਖਾਲਸਾ ਮੇਰੋ ਪਿੰਡ ਪ੍ਰਾਨ, ਖਾਲਸਾ ਮੇਰੀ ਜਾਨ ਕੀ ਜਾਨ। ਮਾਨ ਮਹਤ ਮੇਰੀ ਖਾਲਸਾ ਸਹੀ, ਖਾਲਸਾ ਮੇਰੋ ਸਵਾਰਥ ਸਹੀ। ਖਾਲਸਾ ਮੇਰੋ ਕਰੇ ਨਿਰਬਾਹਾ, ਖਾਲਸਾ ਮੇਰੋ ਦੇ ਅਰ ਸਹਾ। ਖਾਲਸਾ ਮੇਰੋ ਧਰਮ ਅਰ ਕਰਮ, ਖਾਲਸਾ ਮੇਰੋ ਭੇਦ ਨਿਜ ਮਰਮ। ਖਾਲਸਾ ਮੇਰੋ ਸਤਿਗੁਰੂ ਪੂਰਾ, ਖਾਲਸਾ ਮੇਰੋ ਸੱਜਣ ਸੂਰਾ। ਖਾਲਸਾ ਮੇਰੋ ਬੁੱਧ ਅਰ ਗਿਆਨ, ਖਾਲਸੇ ਕਾ ਹੂੰ ਧਰੋਂ ਧਿਆਨ। ਉਪਮਾ ਖਾਲਸੇ ਜਾਤ ਨ ਕਹੀ, ਜਿਹਵਾ ਏਕ ਪਾਰ ਨ ਲਹੀ। ਸੇਸ ਰਸਨ ਸਾਰਦ ਸੀ ਬੁੱਧ, ਤਦਪ ਨ ਉਪਮਾ ਬਰਨਤ ਸੁਧ। ਜਾਂ ਮੈਂ ਰੰਚ ਨ ਮਿਥਿਆ ਭਾਖੀ, ਪਾਰ ਬ੍ਰਹਮ ਗੁਰੂ ਨਾਨਕ ਸਾਖੀ। ਰੋਮ ਰੋਮ ਜੇ ਰਸਨਾ ਪਾਉ, ਤਦਪ ਖਾਲਸਾ ਜਸ ਤਹਿ ਗਾਉ। ਹੋਂ ਖਾਲਸੇ ਕੋ ਖਾਲਸਾ ਮੇਰੋ, ਓਤ ਪੋਤ ਸਾਗਰ ਬੁੰਦੇਰੋ। ਖਾਲਸਾ ਅਕਾਲ ਪੁਰਖ ਕੀ ਫੌਜ, ਪ੍ਰਗਟਿਓ ਖਾਲਸਾ ਪਰਮਾਤਮ ਕੀ ਮੌਜ। ਉਪਰੋਕਤ ਬਚਨ ਨਿਰਸੰਦੇਹ ਅਧਿਆਤਮਕ ਉੱਚਤਾ ਦੇ ਮਾਨਸਿਕ ਅਤੇ ਆਤਮਿਕ ਤੇਜ ਪ੍ਰਤਾਪ ਦੀ ਸਿਖਰ 'ਤੇ ਪ੍ਰਤੀਕ ਹਨ। ਜਬ ਲਗ ਖਾਲਸਾ ਰਹੇ ਨਿਆਰਾ, ਤਬ ਲਗ ਤੇਜ ਦਿਓ ਮੈਂ ਸਾਰਾ। ਜਬ ਇਹ ਗਹੇ ਬੇਪਰਨ ਕੀ ਰੀਤ, ਮੈਂ ਨਾ ਕਰੂੰ ਇਨ ਕੀ ਪ੍ਰਤੀਤ। ਅੰਮ੍ਰਿਤ ਕੀਰਤਨ ਸਫਾ 291। ਸਰਬਲੋਕ ਗ੍ਰੰਥ ਵਿਚਲੀ ਉਪਰੋਕਤ ਬਾਣੀ ਨੂੰ ਲਗਭਗ ਸਾਰਾ ਪੰਥ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਆਪਣੇ ਫਰਮਾਨਾਂ ਦੇ ਰੂਪ ਵਿੱਚ ਸਤਿਕਾਰਦਾ ਹੈ। ਰਾਗੀਆਂ ਢਾਡੀਆਂ ਉਪਦੇਸ਼ਕਾਂ ਅਥਵਾ ਲੇਖਕਾਂ ਭਾਈਆਂ ਜਥੇਦਾਰਾਂ ਗੱਲ ਕੀ ਸਾਰੇ ਪੰਥ ਵਿੱਚੋਂ ਅੱਜ ਤੱਕ ਕਿਸੇ ਨੇ ਇਹ ਨਹੀਂ ਕਿਹਾ ਕਿ ਉਪਰੋਕਤ ਬਾਣੀ ਦਾ ਦਸ਼ਮੇਸ਼ ਜੀ ਨਾਲ ਕੋਈ ਸਬੰਧ ਨਹੀਂ ਹੈ। ਬਿਨਾਂ ਕਿਸੇ ਵੀ ਵਿਵਾਦ ਅਤੇ ਸ਼ੰਕੇ ਦੇ ਨਿਰਸੰਦੇਹ ਉਪਰੋਕਤ ਬਾਣੀ ਦਸ਼ਮੇਸ਼ ਜੀ ਦੇ ਨਾਮਨੇ ਨਾਲ ਸੰਬੰਧਿਤ ਹੈ। ਸਤਿਗੁਰਾਂ ਦੇ ਇਹਨਾਂ ਅਨਮੋਲ ਬਚਨਾਂ ਦੁਆਰਾ ਮਿਲੀ ਅਨੁਪਮ ਤਾੜਨਾ ਦੀਆਂ ਵੀ ਅਸਾਂ ਉਵੇਂ ਹੀ ਵੰਡੀਆਂ ਪਾ ਲਈਆਂ ਜਿਵੇਂ ਗੁਰਬਾਣੀ ਦੀ ਮਨਮਤੀ ਵਰਤੋਂ ਕਰਨੀ ਗਿੱਝੇ ਹੋਏ ਹਾਂ। ਪੰਥ ਵੱਲੋਂ ਪ੍ਰਮਾਣਿਤ
ਦਸ਼ਮੇਸ਼ ਜੀ ਦੇ ਇਹਨਾਂ ਬਚਨਾਂ ਦੀ ਠੀਕ ਮਹੱਤਤਾ ਨੂੰ ਸਮਝਣ ਦਾ ਯਤਨ ਹੀ ਸਾਡਾ ਵਿਸ਼ਾ ਹੈ। ਆਮ ਤੌਰ 'ਤੇ ਇਸ ਵਡਮੁੱਲੇ ਉਪਦੇਸ਼ ਦੀ ਵਰਤੋਂ ਦੋ ਹਿੱਸਿਆਂ ਵਿੱਚ ਕੀਤੀ ਜਾ ਰਹੀ ਹੈ। ਨੰਬਰ 1, ਅੰਤਲੀਆਂ 2 ਸਤਰਾਂ ਤੋਂ ਪਹਿਲੇ ਫਰਮਾਨ ਤੋਂ ਸਾਰੇ ਲਿਖਾਰੀ ਅਤੇ ਪ੍ਰਚਾਰਕ ਸਰੋਤਿਆਂ ਦੇ ਅਥਵਾ ਪਾਠਕਾਂ ਦੇ ਮਨਾਂ ਵਿੱਚ ਇਹੀ ਖਿਆਲ ਪੈਦਾ ਕਰ ਰਹੇ ਹਨ ਕਿ ਅਜੋਕੇ ਖਾਲਸਾ ਪੰਥ ਬਾਰੇ ਹੀ ਦਸ਼ਮੇਸ਼ ਜੀ ਦੇ ਮਨ ਵਿੱਚ ਏਡੀ ਅਪਾਰ ਸ਼ਰਧਾ ਹੈ। ਖਾਲਸਾ ਮੇਰੋ ਰੂਪ ਹੈ ਖਾਸ, ਖਾਲਸੇ ਮੈਂ ਹੋਂ ਕਰੋ ਨਿਵਾਸ। ਸੋ ਪੰਜਾਂ ਕਕਾਰਾਂ ਦੇ ਧਾਰਨੀ ਅਮਰਧਾਰੀ ਸਿੰਘਾਂ ਦੇ ਪੰਥ ਵਿੱਚ ਦਸ਼ਮੇਸ਼ ਜੀ ਦੇ ਸਾਖਸ਼ਾਤ ਸਰੀਰਕ ਦਰਸ਼ਨ ਹਨ ਤੇ ਗੁਰਬਾਣੀ ਦਾ ਪਾਠ ਕਰਨ ਨੂੰ ਸਤਿਗੁਰਾਂ ਨਾਲ ਬਚਨ ਬਿਲਾਸ ਕਰਨ ਵਾਲੀ ਕਸਰ ਪੂਰੀ ਕਰ ਲੈਣ ਦੀ ਵਿਧੀ ਸਮਝਾਈ ਜਾਂਦੀ ਹੈ। ਫਿਰ ਕਲਗੀਧਰ ਦੀ ਸਾਰੇ ਪੰਥ ਵਿੱਚ ਹਾਜ਼ਰ ਨਾਜ਼ਰ ਹੋਣ ਵਾਲੀ ਵਿਸ਼ਾਲਤਾ ਨੂੰ ਸੁੰਗੇੜ ਕੇ ਪੰਜ ਅਮਰਧਾਰੀ ਸਿੰਘਾਂ ਵਿੱਚ ਲੈ ਆਂਦਾ ਜਾਂਦਾ ਹੈ। ਜੇ ਸਾਰੇ ਪੰਥ ਦੇ ਦਰਸ਼ਨ ਨਹੀਂ ਤਾਂ ਪੰਜ ਕਕਾਰਾਂ ਵਿੱਚ ਫੱਬੇ ਹੋਏ ਕੇਵਲ ਅਮਰਧਾਰੀ ਸਿੰਘਾਂ ਦੇ ਦਰਸ਼ਨਾਂ ਨੂੰ ਦਸ਼ਮੇਸ਼ ਜੀ ਦੇ ਦਰਸ਼ਨ ਕਹਿ ਕੇ ਮਾਇਆ ਦੀ ਉਗਰਾਈ ਲਈ ਦੇਸੋਂ ਪਰਦੇਸ ਭੱਜੇ ਫਿਰਦੇ ਅਗਿਆਨੀ ਪ੍ਰਚਾਰਕਾਂ ਦਾ ਅਥਵਾ ਤ੍ਰਿਸ਼ਨਾਲੂ ਠੱਗ ਡੇਰੇਦਾਰਾਂ ਦਾ ਸਾਧ ਟੋਲਾ ਦਸ਼ਮੇਸ਼ ਜੀ ਦੇ ਦਰਸ਼ਨਾਂ ਨੂੰ ਹੋਰ ਵੀ ਨੀਵੀਂ ਪੱਧਰ 'ਤੇ ਲਿਆ ਖੜਾ ਕਰਦਾ ਹੋਇਆ ਕਹਿ ਰਿਹਾ ਹੁੰਦਾ ਹੈ, ਹੇ ਸਿੰਘਾ, ਜਦ ਤੂੰ ਆਪਣੇ ਸਰੀਰ ਨੂੰ ਪੰਜ ਕਕਾਰਾਂ ਨਾਲ ਸ਼ਿੰਗਾਰ ਕੇ ਸ਼ੀਸ਼ੇ ਸਾਹਮਣੇ ਆਪ ਖਲੋਵੇਂਗਾ ਤਾਂ ਤੈਨੂੰ ਦਸ਼ਮੇਸ਼ ਜੀ ਦੇ ਹੀ ਸਾਖਸ਼ਾਤ ਦਰਸ਼ਨ ਹੋ ਜਾਣਗੇ। ਕੇਵਲ ਸਰੀਰਕ ਰਹਿਤ ਦਾ ਹੀ ਜ਼ਿਕਰ ਕਰਨਾ, ਪਰ ਜੇ ਸੁੱਚੇ ਆਚਰਣ ਦੇ ਕਾਰਨ ਖਾਲਸਾ ਜੀ ਸਤਿਗੁਰ ਪੂਰਾ ਅਖਵਾਉਣ ਦੇ ਯੋਗ ਬਣੇ ਸਨ, ਉਸ ਅੱਡਰੀ ਡਿੱਠ ਵਾਲੇ ਆਚਰਣ ਦੀ ਗੱਲ ਹੀ ਨਾ ਕਰਨੀ ਜਿਸ ਨਿਆਰੀ ਗੁਰਮਤਿ ਮਰਜ਼ਾਦਾ ਦੇ ਧਾਰਨੀ ਹੋਣ ਤੋਂ ਪ੍ਰਭਾਵਿਤ ਹੋ ਕੇ ਸਤਿਗੁਰਾਂ ਨੇ ਖਾਲਸੇ ਵਿੱਚ ਸਦਾ ਤੇਜ ਪ੍ਰਤਾਪ ਦੇ ਮਾਲਕ ਬਣੇ ਰਹਿਣ ਦਾ ਬਚਨ ਹੋਇਆ ਸੀ, ਉਸ ਵੱਲ ਧਿਆਨ ਹੀ ਨਾ ਦੇਣਾ ਵੱਡੀ ਅਗਿਆਨਤਾ ਹੈ ਕਿ ਜਾਂ ਕੁਟਲਤਾ। ਇਸ ਦਾ ਨਿਰਣਾ ਸਿਆਣੇ ਪਾਠਕ ਆਪ ਕਰ ਲੈਣ। ਨੰਬਰ 2, ਅੰਤਲੀਆਂ 2 ਸਤਰਾਂ ਵਿੱਚੋਂ ਪਹਿਲੀ ਸਤਰ ਜਬਲਾ ਖਾਲਸਾ ਰਹੇ ਨਿਆਰਾ ਤੋਂ ਖਾਲਸਾ ਜੀ ਨੂੰ ਨਿਆਰੇ ਬਣੇ ਰਹਿਣ ਦੀ ਗੱਲ ਤਾਂ ਕੀਤੀ ਜਾਂਦੀ ਹੈ, ਪਰ ਨਿਆਰੇ ਤੋਂ ਸਤਿਗੁਰਾਂ ਦਾ ਠੀਕ ਭਾਵ ਕੀ ਹੈ, ਇਸ ਪਾਸੇ ਧਿਆਨ ਬੜਾ ਹੀ ਘੱਟ ਹੈ। ਇਸ ਤੋਂ ਅੱਗੇ ਜਬ ਇਹ ਗਹੇ ਵਿਪਰਨ ਕੀ ਰੀਤ ਵਾਲੇ ਜ਼ਰੂਰੀ ਪੱਖ ਨੂੰ ਪਤਾ ਨਹੀਂ ਕਿਸ ਕਾਰਨ ਅਣਗੌਲਿਆਂ ਕਰ ਦਿੱਤਾ ਜਾਂਦਾ ਹੈ, ਜਿਸ ਦਾ ਹੀ ਸਿੱਟਾ ਹੈ ਕਿ 99% ਸਿੱਖਾਂ ਨੂੰ ਵਿਪਰ ਸ਼ਬਦ ਦੇ ਅਰਥ ਦਾ ਹੀ ਠੀਕ ਗਿਆਨ ਨਹੀਂ ਹੈ। ਸਤਿਗੁਰਾਂ ਦੇ ਪਾਵਨ ਦਰਬਾਰ ਵਿੱਚ ਬੜੇ ਹੈਂਕੜ ਭਰੀ ਸੁਰ ਵਿੱਚ ਝੂਠ ਬੋਲਣਾ ਆਪਣੇ ਸੰਤ ਪੁਣੇ ਦਾ ਹੱਕ ਮੰਨ ਬੈਠਾ ਹੋਇਆ ਕਥਿਤ ਸੰਤ ਮਾਨ ਸਿੰਘ ਗੁਰੂ ਦਰਬਾਰ ਵਿੱਚ ਲਲਕਾਰ ਕੇ ਕਹਿ ਰਿਹਾ ਹੁੰਦਾ ਹੈ, ਕਿਹੜਾ ਹੈ ਜਿਹੜਾ ਵਿਪਰਨ ਕੀ ਰੀਤ ਬਾਰੇ ਬੁੱਕਸ ਲਿਖਦਾ ਹੈ, ਆਏ ਮੇਰੇ ਸਾਹਮਣੇ ਕਿ ਵਿਪਰ ਵਿਚਾਰੇ ਸਾਡੇ ਭਰਾ ਨਹੀਂ ਆਦ। ਕਿਹੜਾ ਦੱਸੇ ਕਿ ਗੱਲ ਵਿਪਰ ਦੀ ਨਹੀਂ ਸਗੋਂ ਝਗੜਾ ਵਿਪਰਨ ਕੀ ਰੀਤ ਵਿਰੁੱਧ ਹੈ। ਸੰਗਤਾਂ ਵਿਚਾਰੀਆਂ ਨੂੰ ਵਿਪਰ ਕੀ ਰੀਤ ਦਾ ਪਤਾ ਕਿੱਥੋਂ ਲੱਗੇ। ਗੁਰੂ ਦਰਬਾਰ ਵਿੱਚ ਨਸਾਂਗ ਹੋ ਕੇ ਝੂਠ ਬੋਲਣ ਵਾਲੇ ਠੱਗਾਂ ਨੂੰ ਸੰਤ ਮਹਾਂਪੁਰਖ ਕਿਹਾ ਜਾ ਰਿਹਾ ਹੋਵੇ, ਜਿਹੜੇ ਭੇਖੀ ਲੋਕ ਸਤਿਗੁਰਾਂ ਦੇ ਉਪਰੋਕਤ ਬਚਨ ਦਾ ਅਤਿਅੰਤ ਜ਼ਰੂਰੀ ਹਿੱਸਾ ਪੰਥ ਲਈ ਬੇਲੋੜਾ ਬਣਾਈ ਜਾ ਰਹੇ ਹੋਣ, ਜਦ ਉਹੀ ਪੂਜਨੀਕ ਬਣ ਜਾਣ ਤਾਂ ਆਪਣੇ ਅਸਲੇ ਵੱਲ ਨੂੰ ਮੋੜਾ ਖਾ ਸਕਣ ਦੀ ਆਸ ਕਿਵੇਂ ਬਣੇ। ਕੇਵਲ ਅਤੇ ਕੇਵਲ ਮਾਇਆ ਉਗਰਾਉਣ ਦੀ ਲਾਲਸਾ ਦੇ ਮਾਰੇ ਪਰਦੇਸੀ ਤੁਰੇ ਫਿਰਦੇ ਇਹਨਾਂ ਉਪਦੇਸ਼ਕਾਂ ਅਤੇ ਕਥਿਤ ਸਾਧ ਮਹਾਂਪੁਰਖਾਂ ਲਈ ਗੁਰਬਾਣੀ ਦਾ ਫਰਮਾਨ, ਦੂਜੇ ਭਾਏ ਜਾਏ ਜਗ ਪ੍ਰਬੋਧੈ, ਬਿਖ ਮਾਇਆ ਮੋਹ ਸੁਆਏ, ਇਤ ਕਮਾਣੇ ਸਦਾ ਦੁਖ ਪਾਵੈ, ਜੰਮੈ ਮਰੈ ਫਿਰ ਆਵੈ ਜਾਏ, ਸਹਸਾ ਮੂਲ ਨ ਚੁਕਈ, ਵਿੱਚ ਵਿਸ਼ਟਾ ਪਚੈ ਪਚਾਏ। ਪੰਨਾ 512। ਅੰਤਰ ਬਿਖ ਮੁਖ ਅੰਮ੍ਰਿਤ ਸੁਣਾਵੈ, ਜਮਪੁਰ ਬਾਧਾ ਚੋਟਾਂ ਖਾਵੈ। ਪੰਨਾ 194। ਦਸ਼ਮੇਸ਼ ਜੀ ਦੇ ਪਾਵਨ ਨਾਮ ਨਾਲ ਜੁੜੇ ਉਪਰੋਕਤ ਬਚਨਾਂ ਨੂੰ ਵਿਵੇਕੀ ਬੁੱਧੀ ਅਤੇ ਨਿਰਪੱਖਤਾ ਨਾਲ ਵਿਚਾਰੀਏ ਤਾਂ ਮਨ ਦੀਆਂ ਅੱਖਾਂ ਅੱਗੇ ਇਉਂ ਦਾ ਦ੍ਰਿਸ਼ ਸੀਨ ਆ ਬਣਦਾ ਹੈ, ਜਿਵੇਂ ਖਾਲਸਾ ਰੂਪ ਵਿੱਚ ਪ੍ਰਗਟ ਹੋਏ ਆਪਣੇ ਸਿੰਘ ਨੂੰ ਸੰਬੋਧਨ ਕਰਕੇ ਕਲਗੀਧਰ ਜੀ ਇਉਂ ਦਾ ਉਪਦੇਸ਼ ਦੇ ਰਹੇ ਹੋਣ, ਹੇ ਖਾਲਸਾ ਜੀਓ, 15ਵੀਂ ਸਦੀ 'ਚ ਕਹੇ ਮੇਰੇ ਬਚਨ, ਜੋ ਤਉ ਪ੍ਰੇਮ ਖੇਲਣ ਕਾ ਚਾਓ, ਸਿਰ ਧਰ ਤਲੀ ਗਲੀ ਮੇਰੀ ਆਓ। ਪੰਨਾ 1412। ਪਹਿਲਾ ਮਰਨ ਕਬੂਲ ਜੀਵਨ ਕੀ ਛੱਡ ਆਸ, ਹੋ ਸਭਨਾ ਕੀ ਰੇਣੁਕਾ, ਤੋ ਆਓ ਹਮਾਰੇ ਪਾਸ,
ਪੰਨਾ 1102। ਤੁਸਾਂ ਪੂਰੀ ਤਰ੍ਹਾਂ ਕਮਾਲੇ ਹਨ, ਭਾਵ ਸਾਰੀ ਗੁਰਮਤ ਸਿਖਲਾਈ ਦਾ ਪ੍ਰਤੱਖ ਰੂਪ ਮਰਜੀਵਾ ਹੋ ਚੁੱਕੇ। ਅੱਜ ਤੂੰ ਜੀਵਨ ਮੁਕਤ ਖਾਲਸਾ ਪੰਥ ਦੇ ਰੂਪ ਵਿੱਚ ਪ੍ਰਗਟ ਹੋਇਆ ਹੈ। ਅੱਜ ਮੈਂ ਤੈਨੂੰ ਆਪਣਾ ਹੀ ਰੂਪ ਮੰਨਦਾ ਹਾਂ ਅਤੇ ਤੇਰੇ ਅੰਗ ਸੰਗ ਰਹਿਣ ਵਿੱਚ ਦਿਲੀ ਖੁਸ਼ੀ ਮਾਣ ਰਿਹਾ ਹਾਂ। ਮੈਂ ਤੈਨੂੰ ਆਪਣਾ ਮਿੱਤਰ ਸੁਹੇਲਾ ਕਿਹਾ ਹੈ। ਅੱਜ ਤੂੰ ਮੇਰੀ ਦੇਹ ਜਾਨਵੀ ਹੈ। ਅੱਜ ਮੈਂ ਤੇਰੇ ਤੇ ਇੰਨਾ ਪ੍ਰਸੰਨ ਹਾਂ ਕਿ ਤੇਰੀ ਮਹਿਮਾ ਕਥਨ ਕਰਨੀ ਮੇਰੇ ਲਈ ਔਖੀ ਗੱਲ ਬਣ ਖਲੋਤੀ ਹੈ। ਮੇਰੀ ਸ਼ਰਧਾ ਨੇ ਏਡਾ ਉਛਾਲਾ ਖਾਧਾ ਹੈ ਕਿ ਮੈਂ ਗੁਰੂ ਨਾਨਕ ਨੂੰ ਸ਼ਖਸੀ ਮੰਨ ਕੇ ਅੱਜ ਤੈਨੂੰ ਆਪਣਾ ਇਸ਼ਟ ਸੁਹਿਰਦ, ਸਤਿਗੁਰ ਪੂਰਾ ਅਤੇ ਸੱਜਣ ਸੂਰਾ ਵੀ ਕਹਿ ਰਿਹਾ ਹਾਂ। ਤੂੰ ਅੱਜ ਅਕਾਲ ਪੁਰਖ ਦੀ ਮੌਜ ਨਾਲ ਉਸ ਦੀ ਆਪਣੀ ਫੌਜ ਦੇ ਰੂਪ ਵਿੱਚ ਪ੍ਰਗਟ ਹੋਇਆ ਹੈ। ਪਰ ਹੇ ਮਹਾਂ ਤਿਆਗੀ ਭਗਤ ਬਲਬੀਰਾ ਖਾਲਸਾ ਜੀਓ, ਯਾਦ ਰੱਖੀ, ਜੇ ਤੂੰ ਆਪਣੇ ਇਸ ਹੁਣ ਨਿਆਰੇ ਆਤਮਿਕ ਜੀਵਨ ਦੀ ਰਹਿਣੀ ਤੋਂ ਜਰਾ ਵੀ ਢਿੱਲਾ ਪਿਆ ਤਾਂ ਤੇਰੇ ਕੋਲ ਅਜੋਕਾ ਅਧਿਆਤਮਿਕ ਤੇਜ ਪ੍ਰਤਾਪ ਨਹੀਂ ਰਹਿਣਾ ਅਤੇ ਕੱਲ੍ਹ ਨੂੰ ਮਿਲਣ ਵਾਲਾ ਸੰਸਾਰੀ ਤੇਜ ਪ੍ਰਤਾਪ ਵੀ ਨਹੀਂ ਟਿਕਣਾ। ਫਿਰ ਜੇ ਕਿਤੇ ਤੂੰ ਵਿਪਰਨ ਕੀ ਰੀਤ ਦਾ ਧਾਰਨੀ ਵੀ ਬਣ ਬੈਠਾ ਤਾਂ ਤੂੰ ਮੇਰੀਆਂ ਨਜ਼ਰਾਂ ਵਿੱਚ ਬੇਪਰਤੀਤਾ ਹੋ ਜਾਣਾ ਹੈ ਅਤੇ ਫਿਰ ਜਿਹੜਾ ਆਪਣੀ ਪ੍ਰਤੀਤ ਆਪ ਹੀ ਖੋਵੈ, ਬਹੁਰ ਉਸ ਕਾ ਵਿਸ਼ਵਾਸ ਨਾ ਹੋਵੈ। ਪ੍ਰਤੀਤ ਗਵਾ ਚੁੱਕੇ ਦਾ ਤੇਰਾ ਫਿਰ ਕੀ ਭਰੋਸਾ ਕਿ ਅੰਮ੍ਰਿਤਧਾਰੀ ਅਤੇ ਬਾਣੀ ਬਾਣੇ ਦਾ ਧਾਰਨੀ ਬਣ ਕੇ ਵੀ ਤੂੰ ਚੋਰ ਬਣ ਜਾਵੇਂ, ਧੋਖੇਬਾਜ਼, ਝੂਠਾ ਅਤੇ ਠੱਗ ਬਣ ਜਾਵੇਂ, ਬਲਾਤਕਾਰੀਆ ਬਣ ਜਾਏ, ਨਸ਼ੇ ਵੇਚਣ ਵਾਲਾ ਅਥਵਾ ਸਾਧ ਬਾਣੇ ਪਾ ਕੇ ਲੋਕਾਂ ਨੂੰ ਠੱਗ ਖਾਣ ਵਾਲੇ ਲੁੱਟ ਦੇ ਡੇਰੇ ਚਾਲੂ ਕਰਕੇ ਗੱਦੀ ਦਾ ਮਾਲਕ ਬਣ ਬਹੇ ਅਤੇ ਮੇਰੇ ਇਸ ਹੁਕਮ ਦੀ ਰੋਜ਼ ਖਿੱਲੀ ਉਡਾਇਆ ਕਰੇ। ਕੁਲਹਾਂ ਦੇਂਦੇ ਬਾਵਲੇ, ਲੈਂਦੇ ਵੱਡੇ ਨਿਲਾਜ, ਕਾਮੀ, ਚੋਰ, ਡਾਕੂ ਕੁਝ ਵੀ ਬਣ ਜਾਵੇਂ। ਬੇਪਰਤੀਤੇ ਮਨੁੱਖ ਦਾ ਕੀ ਭਰੋਸਾ ਕਿ ਕਦੋਂ ਆਪਣੇ ਸਤਿਗੁਰਾਂ ਦੇ ਦਰਬਾਰ ਦਾ ਸਤਿਕਾਰ ਭੁੱਲ ਭੁਲਾ ਕੇ ਉੱਥੇ ਹੀ ਇੱਕ ਦੂਜੇ ਦੀ ਦਾੜੀ ਕੇਸ ਪੁੱਟਣ ਲੱਗ ਪਵੇਂ, ਗਾਲੋ ਗਾਲੀ, ਕਸੁੰਨੋ ਕਸੁੰਨੀ ਹੋਣ ਤੋਂ ਅਗਾਂਹ ਭਗਉਤੀ ਕੱਢ ਖਲੋਵੇਂ ਅਤੇ ਜੈ ਤੇਗਮ ਕਹਿ ਕੇ ਉਸੇ ਹੀ ਸਤਿਗੁਰੂ ਜੀ ਦੇ ਦਰਬਾਰ ਦਾ ਸਾਰਾ ਫਰਸ਼ ਅਤੇ ਕੰਧਾਂ ਆਪਣੇ ਹੀ ਭਰਾਵਾਂ ਦੇ ਖੂਨ ਨਾਲ ਲਾਲੋ ਲਾਲ ਕਰ ਦੇਵੇਂ। ਜਿਸ ਸਰਬ ਅਕਾਲੀ ਗੁਰਦੇਵ ਜੀ ਨੂੰ ਸਾਰੀ ਉਮਰ ਪ੍ਰਗਟ ਗੁਰਾਂ ਕੀ ਦੇਹ ਮੰਨਦਾ ਰਿਹਾ ਹੋਵੇ ਅਤੇ ਫਿਰ ਆਪਣੀਆਂ ਸਾਰੀਆਂ ਕਰਤੂਤਾਂ ਦੀ ਜ਼ਿੰਮੇਵਾਰੀ ਮੇਰੇ ਤੇ ਥੱਪ ਦੇਣ ਲਈ ਅਰਦਾਸ ਤੋਂ ਮਗਰਲੇ ਦੋਹਰੇ ਵਿੱਚ ਇਹ ਟੱਪਾ ਗੰਢ ਖਲੋਵੇਂ, ਖੰਡਾ ਜਾ ਕੇ ਹਾਥ ਮੈਂ ਕਲਗੀ ਸੋ ਹੈ ਸੀਸ, ਸੋ ਹਮਰੀ ਰੱਖਿਆ ਕਰੇ ਕਲਗੀ ਧਰ ਜਗਦੀਸ਼। ਜਿਸ ਦੀ ਪ੍ਰਤੀਤੀ ਕੋਈ ਨਹੀਂ, ਕੀ ਪਤਾ ਉਹ ਕਿਸ ਵੇਲੇ ਕਿਹੜਾ ਰੂਪ ਧਾਰ ਲਵੇ, ਫਿਰ ਤੂੰ ਮੇਰਾ ਕੀ ਲੱਗਦਾ ਹੈ। ਨਿਰਸੰਦੇਹ ਖਾਲਸਾ ਜੀ ਨੂੰ ਵੀ ਗੁਰਿਆਈ ਦੀ ਬਖਸ਼ਿਸ਼ ਉਵੇਂ ਹੀ ਹੋਈ ਸੀ ਜਿਵੇਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰਿਆਈ ਸੌਂਪੀ ਗਈ ਸੀ। ਪਰ ਗੁਰੂ ਘਰ ਵਿੱਚ ਗੁਰਿਆਈ ਸੌਂਪੀ ਜਾਣ ਦਾ ਨਿਯਮ ਜੱਦੀ ਵਿਰਾਸਤ ਵਾਲਾ ਨਹੀਂ, ਸਗੋਂ ਯੋਗਤਾ ਹੈ। ਯੋਗਤਾ ਨਾ ਹੋਵੇ ਤਾਂ ਅਜਿਹੀ ਬਖਸ਼ਿਸ਼ ਕਦੇ ਨਹੀਂ ਹੁੰਦੀ। ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਗੁਰਿਆਈ ਬਿਨਾਂ ਕਿਸੇ ਸ਼ਰਤ ਜਾਂ ਪਾਬੰਦੀ ਦੇ ਜੁਗੋ ਜੁਗ ਅਟਲ ਹੈ, ਭਾਵ ਗੁਰੂ ਗ੍ਰੰਥ ਸਾਹਿਬ ਸੰਸਾਰ ਲਈ ਸਦੀਵੀ ਗੁਰੂ ਪਾਤਸ਼ਾਹੀ ਦੇ ਤਖਤ ਨਾਸ਼ੀਨ ਹਨ। ਪਰ ਜੇ ਖਾਲਸਾ ਜੀ ਨੂੰ ਗੁਰਿਆਈ ਦਾ ਸਦੀਵੀ ਭਾਈਵਾਲ ਬਣਾਇਆ ਹੁੰਦਾ ਤਾਂ ਗੁਰੂ ਗ੍ਰੰਥ ਸਾਹਿਬ ਜੀ ਵਾਂਗ ਹੀ ਇਸ 'ਤੇ ਵੀ ਕੋਈ ਪਾਬੰਦੀ ਨਾ ਲੱਗਦੀ। ਖਾਲਸਾ ਜੀ ਕੋਲ ਸੰਸਾਰੀ ਰਾਜ ਭਾਗ ਵਾਲਾ ਤੇਜ ਪ੍ਰਤਾਪ ਅਥਵਾ ਗੁਰਿਆਈ ਨਾਲ ਸੰਬੰਧਿਤ ਅਧਿਆਤਮਿਕ ਤੇਜ ਪ੍ਰਤਾਪ ਤਾਂ ਕੇਵਲ ਉਸ ਸਮੇਂ ਤੱਕ ਹੀ ਰਹਿਣਾ ਸੀ ਜਦੋਂ ਤੱਕ ਖਾਲਸੇ ਨੇ ਨਿਆਰੇ ਸਤਿਗੁਰਾਂ ਦੇ ਨਿਆਰੇ ਗਿਆਨ ਅਨੁਸਾਰ ਬਣੀ ਆਪਣੀ ਨਿਆਰੀ ਜੀਵਨ ਜੁਗਤ ਸਾਂਭੀ ਰੱਖਣੀ ਸੀ। ਜਥਾ ਜਬ ਲਗ ਖਾਲਸਾ ਰਹੇ ਨਿਆਰਾ, ਤਬ ਲਗ ਤੇਜ ਦਿਓ ਮੈਂ ਸਾਰਾ। ਸਾਧ ਬਚਨ ਬਾਰੇ ਗੁਰੂ ਬਾਣੀ ਦਾ ਫਰਮਾਨ ਇਉਂ ਹੈ, ਗਿਰ ਬਸੁਦਾ ਜਲ ਪਵਨ ਜਾਏਗੋ, ਇੱਕ ਸਾਧ ਬਚਨ ਅਟਲਾਦਾ। ਪੰਨਾ 1204। ਭਾਵ ਇਹ ਸਾਰੀ ਕਾਇਨਾਤ ਆਪਣੇ ਥਾਂ ਤੋਂ ਖਿਸਕ ਸਕਦੀ ਹੈ ਪਰ ਸਾਧ ਬਚਨ ਦੀ ਸੱਚਾਈ ਅਟਲ ਹੈ। ਸਾਧ ਬਚਨ ਜ਼ਰੂਰ ਪੂਰਾ ਹੁੰਦਾ ਹੈ। ਸੋ ਉਪਰੋਕਤ ਅਟਲਾਦੇ ਸਾਧ ਬਚਨਾਂ ਦਾ ਦੂਜਾ ਅਰਥ ਇਹ ਸੀ ਕਿ ਜੇ ਖਾਲਸਾ ਰਹਿੰਦੀ ਦੁਨੀਆ ਤੱਕ ਨਿਆਰਾ ਬਣਿਆ ਰਹਿੰਦਾ ਤਾਂ ਇਸ ਕੋਲੋਂ ਤੇਜ ਪ੍ਰਤਾਪ ਕਿਸੇ ਹਾਲਤ ਵਿੱਚ ਨਹੀਂ ਸੀ ਖੁੱਸਣਾ। ਅਸਾਂ ਬਚਨਾਂ ਰੂਪੀ ਇਸ ਅਮੋਘ ਬਾਣ ਬਾਰੇ ਕਦੇ ਕੋਈ ਤੌਖਲਾ ਹੀ ਨਾ ਕੀਤਾ। ਪੁੱਤਰਾਂ ਨਾਲੋਂ ਵੱਧ ਪਿਆਰੇ ਸਮਝਣ ਵਾਲੇ ਦਿਆਲੀ ਸਤਿਗੁਰਾਂ ਦਾ ਸਪਸ਼ਟ ਸੰਕੇਤ ਸੀ ਕਿ ਹੇ ਮੇਰੇ ਪਿਆਰੇ ਖਾਲਸਾ ਜੀ, ਜਦੋਂ ਹੀ ਤੇਰੇ ਕੋਲੋਂ ਤੇਜ ਪ੍ਰਤਾਪ ਖੁੱਸਾ ਤਾਂ ਸਮਝ ਲਈ ਕਿ ਤੂੰ ਨਿਆਰਾ ਨਹੀਂ ਰਿਹਾ।
ਫਿਰ ਉਸੇ ਵੇਲੇ ਆਪਣੇ ਅੰਦਰ ਝਾਤੀ ਮਾਰੀ। ਆਪਾ ਫਰੋਲ ਵੇਖੀ, ਕਿਤੇ ਮੇਰੇ ਆਚਰਣ ਵਿੱਚ ਪਹਿਲਾਂ ਨਾਲੋਂ ਕੋਈ ਫਰਕ ਤਾਂ ਨਹੀਂ ਆ ਚੁੱਕਾ, ਕਿਤੇ ਮੇਰੀ ਜੀਵਨ ਮਰਜ਼ਾਦਾ ਵਿੱਚ ਲੇਸ ਮਾਤਰ ਵੀ ਵਿਪਰਨ ਕੀ ਰੀਤ ਤਾਂ ਨਹੀਂ ਆ ਵੜੀ ਹੋਈ। ਫਿਰ ਜੇ ਰੱਬੀ ਬਖਸ਼ਿਸ਼ ਦਾ ਸਦਕਾ ਤੇਰੇ ਅੰਦਰ ਪਏ ਹੋਏ ਫਰਕ ਦੀ ਤੈਨੂੰ ਸੋਝੀ ਆ ਜਾਵੇ ਤਾਂ ਹੱਥ ਬੰਨ੍ਹ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਦਰਬਾਰ ਵਿੱਚ ਹਾਜ਼ਰ ਹੋਵੀਂ ਅਤੇ ਪਛਤਾਵੇ ਭਰੇ ਹਿਰਦੇ ਵਿੱਚੋਂ ਪੁਕਾਰ ਕੇ ਆਪਣੀਆਂ ਭੁੱਲਾਂ ਮੰਨ ਕੇ ਮਿਹਰਾਂ ਅਤੇ ਬਖਸ਼ਿਸ਼ਾਂ ਦੀ ਮੰਗ ਕਰੀ। ਗੁਰਮਤਿ ਅਨੁਸਾਰ ਜੀਵਨ ਜੁਗਤ ਪ੍ਰਾਪਤ ਹੋ ਜਾਣੀ ਹੀ ਸਤਿਗੁਰਾਂ ਦੀ ਸਭ ਤੋਂ ਵੱਡੀ ਬਖਸ਼ਿਸ਼ ਹੁੰਦੀ ਹੈ। ਅੱਗੇ ਤੋਂ ਗੁਰੂ ਬਾਣੀ ਦੇ ਹੁਕਮਾਂ 'ਤੇ ਚੱਲਦਾ ਹੋਇਆ ਆਪਣੀ ਜੀਵਨ ਜੁਗਤ ਸਵਾਰ ਲਵੀਂ। ਤੇਰੀ ਉਸ ਰਹਿਣੀ ਦਾ ਸਦਕਾ ਸੰਸਾਰ ਦਾ ਹਰ ਪ੍ਰਾਣੀ ਤੁਹਾਨੂੰ ਤੁਹਾਡਾ ਆਪਣਾ ਸਕਾ ਭਰਾ ਹੋ ਦਿਸੇਗਾ। ਤੁਹਾਡੇ ਅਜੋਕੇ ਵਖੇਵੇਂ ਅਤੇ ਝਗੜੇ ਝਾਂਜੇ ਅਲੋਪ ਹੋ ਜਾਣਦੇ ਅਤੇ ਤੁਹਾਡਾ ਆਪਸ ਵਿੱਚ ਪਿਆਰ ਸਤਿਕਾਰ ਬਣਾਵੇਗਾ। ਸਭਨਾ ਕੀ ਰੇਣੂਕਾ ਬਣਦਿਆਂ ਹੀ ਤੁਹਾਡੇ 'ਤੇ ਸਤਿਗੁਰਾਂ ਵੱਲੋਂ ਨਾਮ ਦੀ ਬਖਸ਼ਿਸ਼ ਹੋ ਜਾਵੇਗੀ। ਨਤੀਜੇ ਵਜੋਂ ਫਿਰ ਉਵੇਂ ਹੀ ਗੁਰੂ ਸਿੱਖ ਗੁਰੂ ਹੈ, ਏਕੋ ਗੁਰੂ ਉਪਦੇਸ਼ ਚਲਾਏ। ਰਾਮ ਨਾਮ ਮੰਤ ਹਿਰਦੇ ਦੇਵੈ, ਨਾਨਕ ਮਿਲਨ ਸੁਭਾਏ। ਪੰਨਾ 444। ਹੇ ਖਾਲਸਾ ਜੀ, ਫਿਰ ਤੂੰ ਗੁਰੂ ਦਾ ਹੀ ਰੂਪ ਬਣ ਕੇ ਗੁਰੂ ਦੇ ਉਪਦੇਸ਼ ਨੂੰ ਸੰਸਾਰ ਦੇ ਕੋਨੇ-ਕੋਨੇ ਤੱਕ ਪਹੁੰਚਾਉਣ ਦੀ ਸਮਰੱਥਾ ਵਾਲਾ ਗੁਰੂ ਬਣ ਜਾਏਗਾ। ਖਾਲਸਾ ਜੀ ਦੀ ਗਿਣਤੀ ਵਿੱਚ ਦਿਨ ਦੂਣਾ ਅਤੇ ਰਾਤ ਚੌਗਣਾ ਵਾਧਾ ਹੋਣਾ ਆਰੰਭ ਹੋ ਜਾਵੇਗਾ। ਤੇਜ ਪ੍ਰਤਾਪ ਖਾਲਸਾ ਜੀ ਦੇ ਸਾਹਮਣੇ ਹੱਥ ਬੰਨ੍ਹ ਖਲੋਵੇਂਗਾ। ਪਰ ਅਸੀਂ ਤਾਂ ਅਜਿਹੀ ਸੋਚ ਵਾਲੀਆਂ ਸਾਰੀਆਂ ਹੱਦਾਂ ਪਾਰ ਕਰੀ ਜਾ ਰਹੇ ਹਾਂ। ਆਪਣੇ ਹੀ ਅਸਲੇ ਵੱਲ ਮੋੜਾ ਖਾ ਲੈਣਾ ਅਸੀਂ ਹੱਦ ਤੱਕ ਮੰਨ ਬੈਠੇ। ਸਾਨੂੰ ਲੋਕੀ ਕੀ ਆਖਣਗੇ? ਅੱਜ ਤਾਈਂ ਸੁੱਤੇ ਹੀ ਰਹੇ। ਮੋੜਾ ਪਾ ਲੈਣ ਨਾਲੋਂ ਤਾਂ ਹੁਣ ਮੌਤ ਹੀ ਚੰਗੀ ਹੈ। ਆਓ ਪਿਛੋਕੜ ਵੱਲ ਝਾਤੀ ਮਾਰ ਕੇ ਅਸਲੀਅਤ ਨੂੰ ਸਮਝਣ ਦਾ ਯਤਨ ਕਰੀਏ। ਮਿਸਲਾਂ ਦੇ ਸਮੇਂ ਰਜਵਾੜੇ ਸਰਦਾਰਾਂ ਦੇ ਦਰਬਾਰਾਂ ਵਿੱਚ ਸਿੱਖੀ ਦੇ ਅਸਲੀ ਦੁਸ਼ਮਣ ਪ੍ਰੋਹ ਦਾ ਅਸਰਦਾਰ ਦਾਖਲਾ ਹੋ ਚੁੱਕਾ ਸੀ। ਰਜਵਾੜੇ ਸਰਦਾਰ ਬ੍ਰਾਹਮਣ ਦੀ ਪੱਤਰੀ ਦਾ ਸ਼ਿਕਾਰ ਹੋ ਕੇ ਗੁਰੂ ਬਾਣੀ ਦੇ ਗਿਆਨ ਤੋਂ ਟੁੱਟ ਕੇ ਮੰਤਰ ਪਾਠਾਂ ਵਾਲੀ ਵਿਪਰਨੀ ਰੀਤ ਦੇ ਧਾਰਨੀ ਬਣ ਕੇ ਹਿੰਦੂ ਰੀਤੀ ਰਿਵਾਜ ਨੂੰ ਗੁਰਮਤਿ ਮੰਨਣ ਲੱਗ ਪਏ ਸਨ। ਜਥਾ ਰਾਜਾ ਤਥਾ ਪਰਜਾ ਵਾਲਾ ਭਾਣਾ ਵਰਤਣਾ ਆਰੰਭ ਹੋ ਚੁੱਕਾ ਸੀ। ਪਰ ਸਤਿਗੁਰਾਂ ਦੇ 200 ਸਾਲ ਤੋਂ ਵੱਧ ਸਮੇਂ ਦੀ ਸਖਤ ਘਾਲਣਾ ਦਾ ਸਦਕਾ ਅਜੇ ਖਾਲਸਾ ਜੀ ਨੇ ਆਪਣੇ ਉਹਨਾਂ ਗੁਣਾਂ ਨੂੰ ਲਗਭਗ ਸਾਂਭਿਆ ਹੋਇਆ ਸੀ, ਜਿਨ੍ਹਾਂ ਕਰਕੇ ਉਸ ਨੂੰ ਸਤਿਗੁਰਾਂ ਨੇ ਸਾਰੇ ਦਾ ਸਾਰਾ ਅਧਿਆਤਮਿਕ ਤੇਜ ਪ੍ਰਤਾਪ ਬਖਸ਼ ਕੇ ਇਸ ਨੂੰ ਸਤਿਗੁਰ ਪੂਰਾ ਅਤੇ ਸੱਜਣ ਸੂਰਾ ਕਿਹਾ ਸੀ। ਇਹੀ ਕਾਰਨ ਸੀ ਕਿ 1699 ਵਿੱਚ ਨਿਆਰੇ ਆਤਮਿਕ ਤੇਜ ਪ੍ਰਤਾਪ ਦੇ ਮਾਲਕ ਬਣੇ ਖਾਲਸੇ ਨੇ 1799 ਵਿੱਚ ਲਾਹੌਰ ਫਤਿਹ ਕਰ ਲਿਆ ਸੀ। ਮਹਾਰਾਜਾ ਰਣਜੀਤ ਸਿੰਘ ਦੀ ਅਗਵਾਈ ਵਿੱਚ ਖਾਲਸਾ ਜੀ ਨੂੰ ਮਿਲਿਆ ਸੰਸਾਰੀ ਰਾਜ ਵੀ ਪੂਰਨ ਤੇਜ ਪ੍ਰਤਾਪ ਵਾਲਾ ਹੀ ਸੀ। 1849 ਤੱਕ ਪੂਰੇ ਦਾ ਪੂਰਾ ਤੇਜ ਪ੍ਰਤਾਪ ਖੁੱਸ ਜਾਣ ਦਾ ਸਿੱਧਾ ਅਰਥ ਸੀ ਕਿ ਖਾਲਸਾ ਜੀ ਨਿਆਰੇ ਨਹੀਂ ਰਹੇ। ਉਸ ਵੇਲੇ ਖਾਲਸਾ ਜੀ ਦੇ ਜਥੇਦਾਰ ਦਾ ਪਰਮ ਧਰਮ ਬਣਦਾ ਸੀ ਕਿ ਦਸ਼ਮੇਸ਼ ਜੀ ਦੀ ਚੇਤਾਵਨੀ ਨੂੰ ਯਾਦ ਕਰਕੇ ਆਪਨੜੇ ਗਰੀਬਾਨ ਮੈਂ ਸਿਰ ਨੀਵਾਂ ਕਰ ਦੇਖ। ਇਸੇ ਭਾਗ ਦੇ 6ਵੇਂ ਕਾਂਡ ਦਾ 5ਵਾਂ ਲੇਖ ਕਹੋ ਨਾਨਕ ਬਿਨ ਆਪਾ ਚੀਨੇ ਵਿਚਲੇ ਉਪਦੇਸ਼ ਅਨੁਸਾਰ ਆਪਣੇ ਆਪੇ ਦੀ ਪੜਤਾਲ ਕਰਨ ਦੀ ਲੋੜ ਸੀ। ਜਥੇਦਾਰ ਨੂੰ ਚਾਹੀਦਾ ਸੀ ਕਿ ਸਾਰੇ ਪੰਥ ਨੂੰ ਸੁਚੇਤ ਕਰਦਾ ਕਿ ਹੇ ਗੁਰੂ ਖਾਲਸਾ ਜੀਓ, ਅਸੀਂ ਨਿਆਰੇ ਨਹੀਂ ਰਹੇ। ਆਓ ਉਸੇ ਸਮਰੱਥ ਸਤਿਗੁਰਾਂ ਦੇ ਚਰਣੀ ਪਈਏ ਜਿਨ੍ਹਾਂ ਦੇ ਲੜ ਦਸ਼ਮੇਸ਼ ਜੀ ਸਾਨੂੰ ਲਾ ਗਏ ਸਨ। ਆਪਾ ਵਿਚਾਰਨ ਦੀ ਘੜੀ ਆ ਬਣੀ ਸੀ ਅਤੇ ਆਪ ਵਿਚਾਰ ਨਾ ਰੁਵੇ ਕੋਈ। ਪੰਨਾ 1026। ਗੁਰੂ ਦੀ ਮੱਤ 'ਤੇ ਚੱਲ ਕੇ ਆਪਣੇ ਵਿੱਚ ਆਈਆਂ ਕਮੀਆਂ ਦੂਰ ਕਰਕੇ ਮਨ ਨੂੰ ਲੱਗ ਚੁੱਕੇ ਵਿਕਾਰਾਂ ਤੋਂ ਨਿਰਮਲ ਕਰ ਲੈਣਾ ਸੀ। ਆਪ ਪਛਾਣੇ ਮਨ ਨਿਰਮਲ ਹੋਏ। ਪੰਨਾ 161 ਅਤੇ ਸੋ ਪਤਵੰਤਾ ਜੇ ਆਪ ਪਛਾਨੀ। ਪੰਨਾ 1150। ਸਤਿਗੁਰਾਂ ਦੀਆਂ ਨਜ਼ਰਾਂ ਵਿੱਚ ਬੇਪਰਤੀਤਿਆਂ ਤੋਂ ਪ੍ਰਤੀਤ ਵਾਲੇ ਪਤਵੰਤੇ ਬਣ ਕੇ ਪੂਰੀ ਸਾਧਨਾ ਨਾਲ ਗੁਰੂ ਗ੍ਰੰਥ ਸਾਹਿਬ ਦੇ ਹੁਕਮਾਂ 'ਤੇ ਚੱਲ ਕੇ ਆਪਣੇ ਵਿੱਚ ਮੁੜ ਉਹੀ ਗੁਣ ਪੂਰੇ ਕਰ ਲੈਣੇ ਸਨ ਜਿਨ੍ਹਾਂ ਤੋਂ ਪ੍ਰਭਾਵਿਤ ਹੋ ਕੇ ਸਤਿਗੁਰਾਂ ਨੇ ਉਪਰੋਕਤ ਬਚਨ ਕਹੇ ਸਨ। ਫਿਰ ਯਕੀਨਨ ਸਤਿਗੁਰਾਂ ਦਾ ਅਜਿਹਾ ਭਾਣਾ ਵਰਤਦਾ ਕਿ ਤੇਜ ਪ੍ਰਤਾਪ ਨੇ ਖਾਲਸੇ ਦੇ ਘਰ ਦਾ ਕੁੰਡਾ ਆ ਖੜਕਾਉਣਾ ਸੀ। ਪਰ ਆਰੰਭ ਤੋਂ ਅੱਜ ਤੱਕ ਸਭ ਕੁਝ ਹੀ ਉਲਟ ਹੁੰਦਾ ਆ ਰਿਹਾ ਹੈ। ਅਸਾਂ ਸਦਾ ਸਾਰੇ ਦੋਸ਼ ਦੂਜਿਆਂ ਵਿੱਚ ਹੀ ਵੇਖੇ। ਆਪ ਵਿਪਰਨ ਕੀ ਰੀਤ ਦੇ ਧਾਰਨੀ ਬਣੇ ਹੋਏ ਵੀ ਨਿਆਰੇ ਬਣੇ ਫੁੰਕਾਰੇ ਹੀ ਮਾਰਦੇ ਰਹੇ। ਆਪਾ ਪੜਤਾਲਣ ਦੀ ਗੱਲ ਅੱਜ ਵੀ ਹਾਸੋਹੀਣੀ ਸਮਝੀ ਜਾ ਰਹੇ ਹਾਂ।
ਆਪ ਹੀ ਗੁਰੂ ਬਣ ਬੈਠੇ ਲਈ ਗੁਰਮਤਿ ਅਨੁਸਾਰ ਜੀਵਨ ਜੁਗਤ ਬਣਾਉਣ ਦਾ ਉਪਦੇਸ਼ ਭਲਾ ਕੀ ਮੁੱਲ ਰੱਖੇ। ਗੁਰੂ ਗ੍ਰੰਥ ਸਾਹਿਬ ਜੀ ਨੇ ਆਪ ਤਾਂ ਬੋਲਣਾ ਹੀ ਨਹੀਂ ਸੀ, ਸੋ ਅਸਾਂ ਆਪਣੀ ਗੁਰਿਆਈ ਹੇਠ ਗੁਰੂ ਬਾਣੀ ਦੇ ਪਾਠ ਕਰਨ ਦੀ ਅਤੇ ਸੁਣਨ ਦੀ ਮਰਜ਼ਾਦਾ ਬਣਾ ਲਈ। ਖਾਲਸਾ ਜੀ ਨੂੰ ਨਿਆਰਾ ਬਣਾਈ ਰੱਖਣ ਵਾਲੇ ਅਨੂਪਮ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਤੋਂ ਨਿਆਰੀ ਸਿੱਖਿਆ ਲੈਂਦੇ ਰਹਿਣ ਵਾਲੀ ਮਰਜ਼ਾਦਾ ਹੀ ਨਾ ਬਣਾਈ। ਸਿੱਖ ਰਹਿਤ ਮਰਜ਼ਾਦਾ ਦੇ ਖਰੜੇ ਵਿੱਚ ਗੁਰੂ ਬਾਣੀ ਨੂੰ ਸਮਝਣ ਦਾ ਅਤੇ ਗੁਰਮਤਿ ਅਨੁਸਾਰ ਜੀਵਨ ਢਾਲ ਲੈਣ ਦਾ ਕੋਈ ਇਸ਼ਾਰਾ ਤੱਕ ਨਹੀਂ ਹੈ। ਨਤੀਜਾ ਢਹਿੰਦੀਆਂ ਕਲਾ ਵੱਲ ਨੂੰ ਤੁਰਿਆ ਜਾਂਦਾ ਵੀ ਖਾਲਸਾ ਪੰਥ ਡੰਕਾ ਵਾਜੇ ਫਤਿਹ ਕਾ ਹੀ ਗਾਈ ਜਾ ਰਿਹਾ ਹੈ। ਅੱਜ ਅਸੀਂ ਗੁਰੂ ਬਾਣੀ ਨੂੰ ਪੜ੍ਹਦੇ ਅਤੇ ਗਾਉਂਦੇ ਤਾਂ ਨਿਤ ਹਾਂ, ਪਰ ਕੇਵਲ ਦੂਜਿਆਂ ਨੂੰ ਧੋਖਾ ਦੇਣ ਲਈ, ਕਿਉਂਕਿ ਗਾਵਿਆ ਸੁਣਿਆ ਤਿਨਕਾ ਹਰ ਥਾਂ ਪਾਵੈ, ਜਿਨ ਸਤਿਗੁਰ ਕੀ ਆਗਿਆ ਸਤ ਸਤ ਕਰ ਮਾਨੀ। ਪੰਨਾ 669। ਜੇ ਆਪਣੇ ਲਈ ਪੜ੍ਹੀਏ ਤਾਂ ਗੁਰੂ ਬਚਨਾਂ ਦੇ ਭਾਵ ਨੂੰ ਸਮਝ ਕੇ ਉਸ ਅਨੁਸਾਰ ਆਪਣੇ ਜੀਵਨ ਨੂੰ ਢਾਲ ਲਈਏ ਅਤੇ ਉਸੇ ਜੀਵਨ ਜੁਗਤ ਦੇ ਧਾਰਨੀ ਬਣ ਜਾਈਏ ਜਿਸ ਤੇ ਰੀਝ ਕੇ ਸਤਿਗੁਰਾਂ ਨੇ ਸਾਨੂੰ ਸਤਿਗੁਰ ਪੂਰਾ ਕਿਹਾ ਹੈ। ਖਾਲਿਸਤਾਨ ਦੀ ਪ੍ਰਾਪਤੀ ਦੇ ਨਾਮ 'ਤੇ ਲੁੱਟ ਮਚਾਈ ਫਿਰਦੇ ਇਹਨਾਂ ਸਿਆਸੀ ਖਿਡਾਰੀਆਂ ਨੇ ਗੁਰੂ ਦਰਬਾਰਾਂ ਵਿੱਚ ਬੈਠੀ ਸੰਗਤ ਨੂੰ ਉੱਲੂ ਬਣਾਈ ਰੱਖਣ ਲਈ ਪੰਥ ਪ੍ਰਕਾਸ਼ ਵਿਚਲੀ ਇਹ ਤੁਕ ਇਨ ਗਰੀਬ ਸਿੱਖਨ ਕੋ ਦੂੰ ਪਾਤਸ਼ਾਹੀ ਪੜ੍ਹ ਕੇ ਖਾਲਿਸਤਾਨ ਮਿਲ ਜਾਣ ਦੀਆਂ ਆਸਾਂ ਪੱਕੀਆਂ ਕਰੀ ਰੱਖਣ ਦਾ ਝੂਠਾ ਕਿੱਤਾ ਅਪਣਾਇਆ ਹੋਇਆ ਹੈ। ਤਸ਼ਨਾਲੂ ਸਵਾਰਥੀਆਂ ਦਾ ਇਹ ਟੋਲਾ ਖਾਲਸੇ ਨੂੰ ਅੱਜ ਵੀ ਨਿਆਰਾ ਹੀ ਦੱਸ ਰਿਹਾ ਹੈ। ਇਹਨਾਂ ਸਿੱਖ ਲੀਡਰਾਂ ਨੇ ਇਸ ਵਿਚਾਰ ਵਿੱਚ ਕਿਸੇ ਨੂੰ ਪੈਣ ਦੇਣ ਦਾ ਕਦੇ ਮੌਕਾ ਹੀ ਨਹੀਂ ਦਿੱਤਾ ਕਿ ਆਖਰ ਕੀ ਕਾਰਨ ਹੈ ਜੋ ਖਾਲਸਾ ਪੰਥ ਦਿਨੋਂ ਦਿਨ ਢਹਿੰਦੀਆਂ ਕਲਾ ਵੱਲ ਨੂੰ ਤੁਰਿਆ ਜਾ ਰਿਹਾ। ਇਹਨਾਂ ਭੁਲੇਖਾ ਪਾਊ ਭਾਸ਼ਣਾਂ ਦਾ ਸਦਕਾ ਸਿੱਖਾਂ ਦੀ ਬਹੁ ਗਿਣਤੀ ਆਪਣੇ ਆਪ ਨੂੰ ਨਿਆਰਾ ਸਮਝਣ ਦੇ ਭਰਮ ਵਿੱਚ ਫਸੀ ਠੱਗ ਲੀਡਰਾਂ ਦੇ, ਠੱਗ ਸਾਧਾਂ ਦੇ ਅਥਵਾ ਠੱਗ ਪ੍ਰਚਾਰਕਾਂ ਦੇ ਢਹੇ ਚੜੀ ਲੁੱਟੀ ਜਾ ਰਹੀ ਹੈ, ਪਰ ਅਸਲੀਅਤ ਵੱਲ ਧਿਆਨ ਨਹੀਂ ਦੇ ਰਹੀ। ਅਸਲੀਅਤ ਇਹ ਹੈ ਕਿ ਬੰਦਈ ਖਾਲਸਾ ਤੇ ਤਤ ਖਾਲਸਾ ਦੋ ਧੜਿਆਂ ਵਿੱਚ ਵੰਡੇ ਜਾਣ ਸਮੇਂ ਹੀ 1699 ਵਾਲੀ ਉਸ ਪਹਿਲੇ ਦਿਨ ਵਾਲੀ ਆਭਾ ਵਿੱਚ ਫਰਕ ਆ ਚੁੱਕਾ ਸੀ। 1799 ਲਾਹੌਰ ਤੇ ਕਬਜ਼ੇ ਸਮੇਂ ਵਾਲੀ ਚੜ੍ਹਤ 1849 ਤੱਕ ਨਹੀਂ ਸੀ ਰਹੀ। 1849 ਵਾਲੀ ਗੱਲ 1923 ਵਿੱਚ ਨਹੀਂ ਸੀ ਰਹੀ, ਪਰ 1947 ਤੱਕ ਸਾਡੀ ਮੱਤ ਏਡੀ ਮਲੀਨ ਹੋ ਚੁੱਕੀ ਸੀ ਕਿ ਆਪਣੇ ਲਈ ਅਡਰਾ ਰਾਜ ਮੰਗ ਲੈਣ ਦੀ ਥਾਂ ਸਗੋਂ ਆਪਣੇ ਸਤਿਗੁਰਾਂ ਦੇ ਹੁਕਮ ਨੂੰ ਇਸ ਦੁਖਦਾਈ ਹੱਦ ਤੱਕ ਬੇਲੋੜਾ ਮੰਨ ਲਿਆ ਹੋਇਆ ਸੀ ਕਿ ਜਿਸ ਵਿਪਰ ਦੀ ਰੀਤ ਦੇ ਪਰਛਾਵੇਂ ਤੋਂ ਵੀ ਕੋਹਾਂ ਦੂਰ ਰਹਿਣ ਦਾ ਹੁਕਮ ਸੀ। ਹਾਲਾਂਕਿ ਮੁਸਲਮਾਨ ਭਰਾ ਨੇ ਵੀ ਸਮਝਾਇਆ, ਪਰ ਫਿਰ ਵੀ ਅਸਾਂ ਉਲਟ ਉਸੇ ਵਿਪਰ ਦੇ ਅਧੀਨ ਰਹਿ ਕੇ ਜਿਉਣਾ ਮੰਨ ਲਿਆ। ਜਿਸ ਵਿਪਰ ਦਾ ਇਸ਼ਟ ਬਚਨ ਕਰਕੇ ਖਿਸਕਣ ਲੱਗਾ ਢੇਲ ਨਹੀਂ ਸੀ ਲਾਉਂਦਾ। ਪੜ੍ਹੋ ਪੁਸਤਕ ਦੇ ਪਹਿਲੇ ਭਾਗ ਵਿਚਲਾ ਲੇਖ ਅਵਤਾਰ ਪ੍ਰਥਾ। ਉਸ ਬ੍ਰਾਹਮਣ ਦੇ ਲਿਖਤੀ ਇਕਰਾਰ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਤੋਂ ਵੀ ਉੱਚਾ ਮੰਨ ਲਿਆ। ਬਚਨ ਕਰੇ ਤੇ ਖਿਸਕ ਜਾਏ, ਬੋਲੇ ਸਭ ਕੱਚਾ। ਪੰਨਾ 1099। ਭਾਵ ਬਚਨ ਕਰਕੇ ਖਿਸਕ ਜਾਣ ਵਾਲਾ ਪੱਕਾ ਝੂਠਾ ਹੁੰਦਾ। ਨਤੀਜਾ ਇਹ ਹੋਇਆ ਕਿ 1947 ਦੀ ਦੇਸ਼ ਦੀ ਵੰਡ ਦੇ ਸਮੇਂ ਤੋਂ ਹੀ ਅਸਾਂ ਬਾਹਾਂ ਸਿਰ ਤੇ ਰੱਖ ਲਈਆਂ। ਸਰਕਾਰ ਵਿਰੁੱਧ ਮੋਰਚੇ ਦੇ ਬਿਗਲ ਨਿੱਤ ਵੱਜਣੇ ਸ਼ੁਰੂ ਹੋ ਗਏ। ਮੁਕਰਨ ਗਿੱਜੀ ਹੋਈ ਸਰਕਾਰ ਦੇ ਬਚਨਾਂ 'ਤੇ ਨਿੱਤ ਭਰੋਸਾ ਕੀਤਾ ਜਾਂਦਾ ਰਿਹਾ ਅਤੇ ਮੁੜ-ਮੁੜ ਪੰਥ ਖਤਰੇ ਵਿੱਚ ਦਾ ਰੌਲਾ ਪੈਂਦਾ ਰਿਹਾ, ਪਰ ਖਾਲਸੇ ਦਾ ਦਬਦਬਾ ਅਜੇ ਪੂਰੀ ਤਰ੍ਹਾਂ ਖਤਮ ਨਹੀਂ ਸੀ ਹੋਇਆ। 1955 ਦੇ ਮੋਰਚੇ ਵਿੱਚ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਦੀਆਂ ਪ੍ਰਕਰਮਾਂ ਤੋਂ ਬਾਹਰ ਕਿਸੇ ਜੋਸ਼ੀਲੇ ਸਿੱਖ ਗੱਭਰੂ ਨੇ ਵਰਦੀ ਵਾਲੇ ਸਿਪਾਹੀ ਨੂੰ ਧੂ ਖੜਿਆ ਤਾਂ ਗੁਰਦਾਸਪੁਰ ਜ਼ਿਲ੍ਹੇ ਦੇ ਪੁਲਿਸ ਕਪਤਾਨ ਸਰਦਾਰ ਪੂਰਨ ਸਿੰਘ ਨੇ ਸਿਪਾਹੀ ਨੂੰ ਛਡਾਉਣ ਲਈ ਆਪਣੇ ਪਿਸਤੌਲ ਨਾਲ ਕੇਵਲ 2 ਹਵਾਈ ਫਾਇਰ ਹੀ ਕੀਤੇ ਸਨ ਤਾਂ ਉਸ ਸਮੇਂ ਦੇ ਚੀਫ ਮਿਨਿਸਟਰ ਸ੍ਰੀ ਭੀਮ ਸੈਨ ਸੱਚਰ ਜੀ ਨੂੰ ਖਿਮਾ ਮੰਗਣ ਲਈ ਹਰਿਮੰਦਰ ਸਾਹਿਬ ਆਉਣਾ ਪਿਆ ਸੀ। 1955 ਵਾਲਾ ਖਾਲਸਾ 1966 ਤੱਕ ਨਹੀਂ ਰਿਹਾ। ਫਿਰ ਵੀ ਸੰਤ ਫਤਿਹ ਸਿੰਘ ਦੇ ਸੜ ਮਰਨ ਵਾਲੇ ਮੋਰਚੇ ਨੂੰ ਖਤਮ ਕਰਨ ਲਈ ਦਿੱਲੀ ਤੋਂ ਹੁਕਮ ਸਿੰਘ ਖਾਸ ਹਵਾਈ ਜਹਾਜ਼ ਵਿੱਚ ਆਇਆ ਅਤੇ ਉਸਨੇ ਸ੍ਰੀ ਅਕਾਲ ਤਖਤ ਸਾਹਿਬ 'ਤੇ ਖੜ੍ਹਾ ਹੋ ਕੇ ਦਰਬਾਰ ਸਾਹਿਬ ਵੱਲ ਮੂੰਹ ਕਰਕੇ ਦਿੱਲੀ ਸਰਕਾਰ ਦੀ ਸਫਾ ਦਿੱਲੀ ਬਾਰੇ ਸਹੁੰ ਖਾਧੀ ਸੀ। ਦਸ਼ਮੇਸ਼ ਜੀ ਦੇ ਖਾਲਸੇ ਦਾ ਜਥੇਦਾਰ ਏਡਾ ਨਿੱਘਰ ਚੁੱਕਾ ਸੀ ਕਿ ਸਭ ਤੋਂ ਪਵਿੱਤਰ ਅਸਥਾਨ 'ਤੇ ਖੜ੍ਹਾ ਹੋ ਕੇ ਝੂਠ ਬੋਲ ਕੇ ਖਾਲਸਾ ਜੀ ਨਾਲ ਧੋਖਾ ਕਰਨ ਵਾਲੇ ਸਰਦਾਰ ਹੁਕਮ ਸਿੰਘ ਨੂੰ ਪੰਥ ਵਿੱਚੋਂ ਖਾਰਜ ਕਰਨਾ ਤਾਂ ਕਿਤੇ ਰਿਹਾ,
ਉਸ ਨੂੰ ਤਨਖਾਹੀਆ ਵੀ ਕਿਸੇ ਨੇ ਕੋਸ਼ਿਤ ਨਾ ਕੀਤਾ। ਸ਼ਾਇਦ ਹੰਕਾਰ ਗ੍ਰਸੇ ਸਵਾਰਥੀ ਅਤੇ ਲਾਲਚੀ ਰਵੱਈਏ ਨੂੰ ਠੱਲ ਪਾਉਣ ਲਈ ਕਿ ਜਾਂ ਸਾਨੂੰ ਲੋਭੀ ਅਕਿਰਤ ਕਣ ਬਣ ਚੁੱਕਿਆਂ ਨੂੰ ਕਰੜਾ ਡੰਨ ਦੇਣ ਲਈ ਜੋ ਭਾਣਾ ਵਾਹਿਗੁਰੂ ਨੇ ਵਰਤਾਇਆ, ਉਸ ਨਾਲ ਬਚਿਆ ਖੁਚਿਆ ਇੱਜ਼ਤਮਾਨ ਅਤੇ ਪੰਥਕ ਦਬਦਬਾ ਉੱਕਾ ਹੀ ਰੂਪ ਵਟਾ ਬੈਠਾ। 1978 ਤੋਂ ਵਰਤਣੇ ਆਰੰਭ ਹੋਏ ਭਾਣਿਆਂ ਨੇ ਸਪਸ਼ਟ ਕਰ ਦਿੱਤਾ ਕਿ ਪੰਥਕ ਲੀਡਰ ਮਾਇਆ ਮੋਹ ਦੇ ਕਾਰਨ ਏਡਾ ਹੰਕਾਰੀ ਹੋ ਚੁੱਕਾ ਹੈ ਕਿ ਉਹ ਆਪਣੇ ਸਤਿਗੁਰਾਂ ਦੇ ਬਚਨਾਂ ਦਾ ਇੱਕ ਕੌਡੀ ਮੁੱਲ ਵੀ ਨਹੀਂ ਸਮਝਦਾ। ਇਉਂ ਅਨੁਭਵ ਹੋ ਰਿਹਾ ਹੈ ਕਿ ਅਕਾਲ ਪੁਰਖ ਜੀ ਨੇ ਉਹੀ ਭਾਣਾ ਵਰਤਾਇਆ ਹੈ ਜਿਹੜਾ ਉਹ ਗੁਰਬਾਣੀ ਅਨੁਸਾਰ ਬੜੇ ਵੱਡੇ ਪਾਪੀਆਂ ਨੂੰ ਸਜ਼ਾ ਦੇਣ ਸਮੇਂ ਵਰਤਾਉਂਦਾ ਹੈ। ਭਾਵ ਕੋਈ ਸਜ਼ਾ ਦੇਣ ਲਈ ਮਨੁੱਖ ਦੀ ਚੰਗਿਆਈ ਖੋਹ ਕੇ ਪਰਮਾਤਮਾ ਉਸ ਨੂੰ ਕਿਰਾਏ ਪਾ ਦਿੰਦਾ, ਜਿਸ ਨੂੰ ਆਪ ਖੁਆਏ ਕਰਤਾ ਖੋਸ ਲਏ ਚੰਗਿਆਈ। ਪੰਨਾ 417। ਸਾਥੋਂ ਚੰਗਿਆਈ ਇੱਥੋਂ ਤੱਕ ਖੋਹ ਲਈ ਕਿ ਅਸੀਂ ਉਹਨਾਂ ਅਮੋਘ ਸ਼ਸਤਰਾਂ ਬਾਰੇ ਭੁੱਲ ਹੀ ਗਏ ਜੋ ਸਾਨੂੰ ਵਿਰਸੇ ਵਿੱਚ ਮਿਲੇ ਹੋਏ ਸਨ। ਉਹ ਸ਼ਸਤਰ ਜਿਨ੍ਹਾਂ ਦੀ ਵਰਤੋਂ ਨਾਲ ਕੇਵਲ ਇੱਕ ਗਰੀਬ ਸਾਥੀ ਭਾਈ ਮਰਦਾਨੇ ਨਾਲ ਘਰੋਂ ਤੁਰੇ ਸਤਿਗੁਰੂ ਨਾਨਕ ਸਾਹਿਬ ਜੀ ਨੇ ਲਗਭਗ ਸਾਰੇ ਸੰਸਾਰ 'ਤੇ ਜਿੱਤ ਪ੍ਰਾਪਤ ਕਰ ਲਈ ਸੀ। ਸਤਿਗੁਰਾਂ ਦੇ ਉਹ ਅਮੋਘ ਸ਼ਸਤਰ ਗਦਾ, ਖੰਡਾ ਅਤੇ ਖੜਗ, ਗਰੀਬੀ ਗਦਾ ਹਮਾਰੀ, ਖੰਨਾ ਸਗਲ ਰੇਨਸ਼ਾਰੀ, ਇਸ ਅੱਗੇ ਕੋਹ ਨਾ ਟਿਕੇ ਵਿਕਾਰੀ, ਗੁਰ ਪੂਰੇ ਇਹ ਗੱਲ ਸਾਰੀ। ਪੰਨਾ 628। ਸਤਿਗੁਰ ਗਿਆਨ ਖੜਗ ਹੱਥ ਦੀਨਾ, ਜਮ ਕੰਕਰ ਮਾਰ ਬਿਦਾਰੇ। ਪੰਨਾ 574। ਅਸਾਂ ਮੁੱਢੋਂ ਵਿਸਾਰ ਹੀ ਦਿੱਤੇ ਅਥਵਾ ਸਤਿਗੁਰਾਂ ਦੇ ਇਹ ਅਨਮੋਲ ਬਚਨ ਅਸਾਂ ਨਿਕੰਮੇ ਸਮਝ ਲਏ। ਲੋਹੇ ਬਰੂਦ ਦੇ ਬਣੇ ਸ਼ਸਤਰਾਂ ਦੀ ਪੂਜਾ ਵਾਲੀ ਬਾਣੀ ਦਾ ਪਾਠ ਕਰਦੇ ਰਹਿਣ ਨੂੰ ਅਥਵਾ ਪਿਸਤੌਲ ਆਦਿ ਮਾਰੂ ਸ਼ਸਤਰਾਂ ਨੂੰ ਅਤੇ ਮੋਟਰਸਾਈਕਲਾਂ ਨੂੰ ਕਲਿਆਣ ਦਾਤੇ ਮੰਨ ਲਿਆ। ਪਰਮਾਤਮਾ ਨਾਲ ਜੋੜ ਦੇਣ ਵਾਲੇ ਖਿਮਾ ਗੁਣ, ਜਹ ਖਿਮਾ ਤਹ ਆਪ। ਪੰਨਾ 1372। ਅਤੇ ਦਾਤਾਰ ਕੋਲੋਂ ਸੰਸਾਰ ਦੀ ਪ੍ਰਧਾਨਗੀ ਦੀ ਬਖਸ਼ਿਸ਼ ਪ੍ਰਾਪਤ ਕਰਨ ਜੋਗੇ ਬਣਾਉਣ ਵਾਲੇ ਦਇਆ ਦੇਵਤਾ, ਖਿਮਾ ਜਪ ਮਾਲੀ ਤੇ ਮਾਨਸ ਪ੍ਰਦਾਨ। ਪੰਨਾ 1245। ਗੁਰਮਤਿ ਦੇ ਸ਼ੁਭ ਗੁਣਾਂ ਦੇ ਥਾਂ ਵਿਪਰੀ ਗ੍ਰੰਥਾਂ ਵਿਚਲੇ ਦੇਵੀ ਦੇਵਤਿਆਂ ਅਤੇ ਅਵਤਾਰਾਂ ਵਾਲੇ ਗੁਰਮਤਿ ਵਿਰੋਧੀ ਬਦਲਾ ਲਊ ਔਗਣ ਨੂੰ ਪੰਥਕ ਗੁਣ ਥਾਪ ਲਿਆ। ਸਿੱਟਾ ਇਹ ਹੈ ਕਿ ਸੁਤੰਤਰ ਰਾਜ ਭਾਗ ਲੈਣ ਦੀ ਗੱਲ ਕਰਨ ਵਾਲਿਆਂ ਕੋਲੋਂ ਦਰਬਾਰ ਸਾਹਿਬ ਜਾਣ ਦੀ ਪਹਿਲੀ ਸੁਤੰਤਰਤਾ ਵੀ ਸਾਥੋਂ ਵਾਸਤਵ ਵਿੱਚ ਖੁੱਸ ਚੁੱਕੀ ਹੈ। ਜਿੱਥੇ ਨਿੱਤ ਸਿਆਸੀ ਕਾਨਫਰੰਸਾਂ ਕੀਤੀਆਂ ਜਾਂਦੀਆਂ ਸਨ, ਜਿੱਥੋਂ ਸ਼ਹੀਦੀਆਂ ਪਾਉਣ ਨੂੰ ਅਥਵਾ ਗ੍ਰਿਫਤਾਰੀਆਂ ਦੇਣ ਨੂੰ ਜਾਣ ਵਾਲੇ ਜਥੇ ਤੋਰੇ ਜਾਇਆ ਕਰਦੇ ਸਨ, ਉੱਥੇ ਹੁਣ ਸਿਆਸੀ ਗੱਲ ਤੱਕ ਕਰਨ ਦੀ ਪਾਬੰਦੀ ਲੱਗ ਚੁੱਕੀ ਹੈ। ਜਿਸ ਮੰਜੀ ਸਾਹਿਬ ਦੀ ਸਟੇਜ 'ਤੇ ਕਦੇ ਦਿੱਲੀ ਦੇ ਤਾਜਦਾਰਾਂ ਨੂੰ ਧਮਕੀਆਂ ਭਰੇ ਕੌੜੇ ਬਚਨ ਵੀ ਬੋਲੇ ਜਾ ਸਕਦੇ ਸਨ, ਉਸ ਥਾਂ ਲੱਗੇ ਦੀਵਾਨ ਵਿੱਚ ਅੱਜ ਖਾਲਿਸਤਾਨ ਦਾ ਨਾਅਰਾ ਲਾਉਣ ਦੀ ਖੁੱਲ੍ਹ ਵੀ ਨਹੀਂ ਰਹੀ। ਕਦੇ ਪਰਲੇ ਦਰਜੇ ਦੇ ਅਣਖੀ ਰਹਿ ਚੁੱਕੇ ਖਾਲਸਾ ਜੀ ਵਿੱਚ ਇੱਥੋਂ ਤੱਕ ਗਿਰਾਵਟ ਆ ਚੁੱਕੀ ਹੈ ਕਿ ਆਪਣੇ ਸਤਿਗੁਰਾਂ ਦੇ ਦਰਸ਼ਨਾਂ ਲਈ ਦਰਬਾਰ ਸਾਹਿਬ ਨੂੰ ਜਾਣ ਵਾਲੇ ਮਰਦ ਇਸਤਰੀਆਂ ਦੀ ਤਲਾਸ਼ੀ ਲਈ ਜਾਣੀ ਵੀ ਸਿੰਘ ਝੱਲ ਚੁੱਕਾ ਹੈ। ਜਿਸ ਦਰਬਾਰ ਸਾਹਿਬ ਵਿੱਚੋਂ ਕਿਸੇ ਨੂੰ ਗ੍ਰਿਫਤਾਰ ਕਰਨ ਲਈ ਦੇਸ਼ ਦੀ ਫੌਜ ਭੇਜਣੀ ਪੈਂਦੀ ਸੀ, ਅੱਜ ਕੋਤਵਾਲੀ ਦਾ ਥਾਣੇਦਾਰ ਹੀ ਆਪਣਾ ਸਟਾਫ ਲੈ ਕੇ ਆ ਪਏ ਤਾਂ ਕਦੇ ਕੇਵਲ 2 ਸਿੰਘ ਹੀ ਮੱਸੇ ਰੰਗੜ ਦਾ ਸਿਰ ਵੱਢਣ ਵਾਲੇ ਖਾਲਸਾ ਜੀ ਨੂੰ ਭਾਜਣਾ ਪੈ ਜਾਂਦੀਆਂ ਹਨ। ਪਰ ਸਾਡੇ ਦਮਜ਼ਗੇ ਫੁੰਕਾਰੇ, ਆਪਸ ਵਿੱਚ ਲੜਾਈਆਂ, ਗੁਰੂ ਦਰਬਾਰਾਂ ਵਿੱਚ ਝਗੜੇ ਝਾਂਜੇ ਅਤੇ ਕੁਬਚਨ ਬੋਲਣ ਜਿਹੇ ਦੁਸ਼ਕਰਮ ਸਗੋਂ ਵਾਧੇ 'ਤੇ ਹਨ। ਆਪਣੇ ਆਪੇ ਦੀ ਪੜਤਾਲ ਕਰਨ ਦੀ ਸੋਝੀ ਨਾ ਆਉਣ ਨੂੰ ਅਕਾਲ ਪੁਰਖ ਵੱਲੋਂ ਭਿਅੰਕਰ ਕਹਿਰ ਸਮਝਣਾ ਚਾਹੀਦਾ ਹੈ। ਖੋਸਲੇ ਚੰਗਿਆਈ ਵਾਲਾ ਭਿਅੰਕਰ ਭਾਣਾ, ਜਿਸ ਰੀਤ ਨੇ ਸਾਨੂੰ ਗੁਰੂ ਜੀ ਦੀਆਂ ਨਜ਼ਰਾਂ ਵਿੱਚ ਬੇਪਰਤੀਤਾ ਬਣਾ ਦੇਣਾ ਸੀ, ਉਸ ਰੀਤ ਦਾ ਪਤਾ ਤਾਂ ਸਿੱਖ ਦੇ ਬੱਚੇ ਬੱਚੀ ਸਮੇਤ ਸਾਰੇ ਪੰਥ ਨੂੰ ਹੋਣਾ ਚਾਹੀਦਾ ਸੀ। ਪਰ ਸਾਡੀ ਬਦਕਿਸਮਤੀ ਏਡਾ ਪ੍ਰਬਲ ਰੂਪ ਧਾਰ ਚੁੱਕੀ ਹੈ ਕਿ ਜਿਹੜਾ ਸਾਨੂੰ ਪੂਰੇ ਜ਼ੋਰ ਨਾਲ ਵਿਪਰਨਿਕੀ ਰੀਤ ਦਾ ਧਾਰਨੀ ਬਣਾਈ ਤੁਰਿਆ ਜਾ ਰਿਹਾ ਹੈ, ਉਹੀ ਭੇਖੀ ਠੱਗ ਸਾਧ ਸਾਡੇ ਲਈ ਪੂਜਨੀਕ ਬਣ ਰਿਹਾ। ਗੁਰਮਤਿ ਗਿਆਨ ਤੋਂ ਜਾਣੂ ਕਰਵਾ ਕੇ ਵਿਪਰਨਿਕੀ ਰੀਤ ਤੋਂ ਦੂਰ ਰਹਿਣ ਦਾ ਉਪਦੇਸ਼ ਦੇਣ ਵਾਲੇ ਉਪਕਾਰੀ ਸੱਜਣ ਪਿਆਰੇ ਦੀ ਗੱਲ ਸੁਣਨ ਨੂੰ ਵੀ ਅੱਜ ਅਸੀਂ ਤਿਆਰ ਨਹੀਂ ਹਾਂ। ਇਹੀ ਕਾਰਨ ਹੈ ਕਿ ਇਸ ਲੇਖ ਤੋਂ ਕੇਵਲ ਉਹਨਾਂ ਗੁਰਮੁਖਾਂ ਦੇ ਮਨ ਨੂੰ ਹੀ ਸੁਖਾਵਾਂ ਅਸਰ ਕਬੂਲ ਕਰਨਾ ਹੈ ਜਿਨ੍ਹਾਂ ਦੇ ਹਿਰਦੇ ਅੰਦਰ ਅਜੇ ਵੀ ਸੱਚਾਈ ਨਾਲ ਜੁੜਨ ਦੀ ਤ੍ਰਿਸ਼ਨਾ ਹੈ, ਪਰ ਗਿਆਨ ਖਰਗ ਨੂੰ ਬੇਲੋੜਾ ਮੰਨ ਬੈਠੇ, ਤਲਵਾਰ ਨੂੰ ਇਸ਼ਟ ਦੇ ਰੂਪ ਵਿੱਚ ਮੰਨਣ ਵਾਲੇ
ਹੰਕਾਰੀ ਮਨਮੁਖ ਸੱਚ ਲਿਖਣ ਵਾਲੇ ਦੇ ਦੁਆਲੇ ਤਾਂਡਵ ਨਾਚ ਆਰੰਭ ਕਰ ਦੇਣ ਨੂੰ ਪੰਥਕ ਸੇਵਾ ਮੰਨ ਲੈਂਦੇ ਹਨ। ਖਾਲਸਾਈ ਮਰਜ਼ਾਦਾ ਵਿੱਚ ਢਿੱਲ ਆਉਣੀ ਵੱਧਦੀ ਗਈ। ਸਿੱਖੀ ਵਿੱਚ ਪਤਤਪੁਣਾ ਪ੍ਰਚਲਿਤ ਕਰਨਾ ਵਿਪਰ ਦੀ ਇੱਛਾ ਸੀ। ਕੇਸਾਂ ਦੀ ਬੇਅਦਬੀ ਕਰ ਲੈਣ 'ਤੇ ਭਾਵ ਘੋਣ-ਮੁਣ ਹੋ ਜਾਣ 'ਤੇ ਵੀ ਆਪਣੇ ਆਪ ਨੂੰ ਸਿੱਖ ਸਮਝੀ ਜਾਣ ਵਾਲੀ ਭਾਵਨਾ ਸਿੱਖ ਪੰਥ ਵਿੱਚ ਪੈਦਾ ਕਰ ਦੇਣੀ ਪ੍ਰੋਹਤ ਜੀ ਦਾ ਮੁੱਖ ਨਿਸ਼ਾਨਾ ਸੀ। ਪਤਤ ਕਰਨ ਲਈ ਮਨੋਰੰਜਨ ਦੀ ਸਟੇਜ ਬ੍ਰਾਹਮਣ ਦਾ ਅਜ਼ਮਾਇਆ ਹੋਇਆ ਸਭ ਤੋਂ ਖਤਰਨਾਕ ਹਥਿਆਰ ਸੀ। ਜੇ ਕਦੇ ਖਾਲਸਾ ਜੀ ਫਿਲਮੀ ਦੁਨੀਆ ਵਿੱਚ ਆ ਵੜਨ ਤਾਂ ਜਿਵੇਂ ਹੋਰ ਧੰਦਿਆਂ ਵਿੱਚ ਮੋਹਰੀ ਬਣ ਖਲੋਂਦੇ ਹਨ, ਇਸੇ ਤਰ੍ਹਾਂ ਖਾਲਸਾ ਜੀ ਦੇ ਨੌ ਨਿਹਾਲ ਨੇ ਕੇਸਾਂ ਨੂੰ ਤਲਾਂਜਲੀ ਦੇ ਕੇ ਸਟੇਜ ਵਾਲੇ ਕੰਜਰਪੁਣੇ ਵਿੱਚ ਵੀ ਬਾਜੀ ਮਾਰ ਲੈ ਜਾਣੀ ਹੈ। ਇਹ ਸੀ ਪੱਕਾ ਵਿਸ਼ਵਾਸ ਸਿੱਖੀ ਦੇ ਖਤਰਨਾਕ ਵੈਰੀ ਦਾ। ਇਸ ਲਈ ਸਿੱਖ ਸਰੂਪ ਨੂੰ ਸਿਨੇਮੇ ਵਿੱਚ ਲਿਆ ਵੜਨ ਦਾ ਸ੍ਰੀ ਗਣੇਸ਼ ਕਰਨ ਲਈ ਵਿਪਰ ਲਗਾਤਾਰ ਹੱਥ ਪੈਰ ਮਾਰੀ ਤੁਰਿਆ ਆਉਂਦਾ ਸੀ। ਪੁਸਤਕ ਦੇ ਪਹਿਲੇ ਭਾਗ ਤੋਂ ਆਰੰਭ ਹੋ ਕੇ ਅਸੀਂ ਪਿੱਛੇ ਕਈ ਥਾਈਂ ਪੜ੍ਹ ਆਏ ਹਾਂ ਕਿ ਸਾਧ ਡੇਰੇਦਾਰ ਦਾ ਜਨਮਦਾਤਾ ਕੇਵਲ ਬ੍ਰਾਹਮਣ ਹੈ। ਸ਼ਕਲ ਵਟਾ ਕੇ ਖਾਲਸਾ ਪੰਥ ਵਿੱਚ ਆ ਵੜੀ ਡੇਰੇਦਾਰ ਵੀ ਬ੍ਰਾਹਮਣੀ ਸੋਚਦਾ ਹੀ ਮਨਮੋਹਣਾ ਫਲ। ਪੁਸਤਕ ਦੇ ਦੂਜੇ ਭਾਗ ਦੇ 7ਵੇਂ ਕਾਂਡ ਵਿੱਚ ਵਿਸਥਾਰ ਨਾਲ ਆ ਚੁੱਕਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੰਤ ਬਾਬਾ ਫਤਿਹ ਸਿੰਘ ਅਤੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਸੰਤ ਬਾਬਾ ਚੰਨਣ ਸਿੰਘ ਹੁਣਾਂ ਨੇ ਪੰਥਕ ਗੁਰਮਤੇ ਨਾਲ ਹਿੰਦੂ ਫਿਲਮ ਨਿਰਮਾਤਾ ਕੋਲੋਂ ਦਰਬਾਰ ਸਾਹਿਬ ਦੇ ਵਿੱਚ ਹੀ ਨਾਨਕ ਨਾਮ ਜਹਾਜ਼ ਫਿਲਮ ਬਣਵਾ ਕੇ ਕਰਚਲ ਪ੍ਰੋਗਰਾਮਾਂ ਵਿੱਚ ਹਿੱਸਾ ਲੈ ਸਕਣ ਧਾਰਾ ਪੰਥਕ ਤੌਰ 'ਤੇ ਖੋਲ੍ਹ ਦਿੱਤਾ। ਬਾਬਾ ਫਤਿਹ ਸਿੰਘ ਜੀ ਨੇ ਪੰਥਕ ਆਚਰਣ ਦਾ ਘਾਤ ਕਰਨ ਲਈ ਉਹੀ ਕੁਝ ਕੀਤਾ ਜੋ ਕੁਝ ਮਹੰਤਾਂ ਨੇ ਕਰਨਾ ਆਰੰਭ ਕਰੀ ਰੱਖਿਆ ਸੀ। ਪੂਰਾ ਵਿਸਥਾਰ ਜਾਣਨ ਲਈ ਪੜ੍ਹੋ ਪੁਸਤਕ ਦੇ ਦੂਜੇ ਭਾਗ ਦੇ 7ਵੇਂ ਕਾਂਡ ਦਾ ਲੇਖ ਨਾਨਕ ਨਾਮ ਜਹਾਜ਼ ਫਿਲਮ। ਦਸ਼ਮੇਸ਼ ਜੀ ਦਾ ਕਦੇ ਲਾਡਲਾ ਰਹਿ ਚੁੱਕਿਆ ਪੰਥ ਹੌਲੀ ਹੌਲੀ ਧਾਰਮਿਕ ਤੌਰ 'ਤੇ ਲੀਰੋ ਲੀਰ ਹੁੰਦਾ ਚਲਾ ਗਿਆ, ਪਰ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬਾਨ, SGPC ਦੇ ਪ੍ਰਧਾਨ ਸਾਹਿਬਾਨ ਅਥਵਾ ਮੁੱਖ ਗ੍ਰੰਥੀ ਸਾਹਿਬਾਨ ਨੇ ਇਹਨਾਂ ਗੰਭੀਰ ਮਸਲਿਆਂ ਨੂੰ ਪੰਥਕ ਮਸਲਾ ਬਣਾ ਕੇ ਖੁੱਲ੍ਹੀ ਅਤੇ ਨਿਰਪੱਖ ਪੜਤਾਲ ਅਥਵਾ ਸੁਣਵਾਈ ਕਰਨ ਉਪਰੰਤ ਸਿਆਣੇ ਜੱਜਾਂ ਵਾਂਗ ਨਾ ਕੋਈ ਸਰਬ ਪ੍ਰਵਾਨਿਤ ਨਿਰਣਾ ਲਿਆ ਅਤੇ ਨਾ ਕਿਸੇ ਨੂੰ ਦੋਸ਼ੀ ਸਿੱਧ ਕਰਕੇ ਕੋਈ ਦੰਡ ਦਿੱਤਾ। ਸੁਧਾਰ ਲਿਆਉਣ ਖਾਤਰ ਨਾ ਕਦੇ ਕੋਈ ਹੁਕਮਨਾਮਾ ਜਾਰੀ ਕੀਤਾ, ਨਾ ਹੀ ਕੋਈ ਸੇਧ ਪੱਤਰ ਜਾਰੀ ਹੋਇਆ। ਗੁਰੂ ਦੀ ਸਟੇਜ ਵਾਸਤਵ ਵਿੱਚ ਲਵਾਰਸ ਹੋ ਕੇ ਕੰਨ ਰਸ ਦਾ ਅੱਡਾ ਭਰਮ ਮੰਚ ਬਣਦੀ ਗਈ। ਨਤੀਜੇ ਵਜੋਂ ਡਾਕਟਰ ਪਿਆਰਾ ਸਿੰਘ ਅਤੇ ਡਾਕਟਰ ਪਸ਼ੌਰਾ ਸਿੰਘ ਦਾ ਜਨਮ ਲੈ ਲੈਣਾ ਕੋਈ ਅਚੰਭੇ ਵਾਲੀ ਗੱਲ ਨਹੀਂ ਹੈ। ਗੁਰੂ ਦਰਬਾਰਾਂ ਵਿੱਚ ਲੜਾਈਆਂ ਝਗੜੇ ਦਿਨੋਂ ਦਿਨ ਵਧਦੇ ਤੇ ਹਨ। ਸਿੱਖੀ ਦੇ ਪਤਨ ਨੂੰ ਸਿੱਖੀ ਦੀ ਚੜ੍ਹਦੀ ਕਲਾ ਕਹਿ ਕੇ ਹੋਰ ਤੋਂ ਹੋਰ ਭੁਲੇਖਾ ਪਾਇਆ ਜਾ ਰਿਹਾ ਹੈ। ਖੰਡੇ ਬਾਟੇ ਦਾ ਅੰਮ੍ਰਿਤ ਛਕਾਉਣ ਲਈ ਹੁਣ ਅਜਿਹਾ ਵਿਧੀ ਵਿਧਾਨ ਬਣ ਚੁੱਕਾ ਹੈ ਕਿ ਖਾਲਸਾਈ ਆਨ ਸ਼ਾਨ ਅਤੇ ਗੁਰਮਤ ਮਰਜ਼ਾਦਾ ਦਾ ਭੋਗ ਪੈ ਰਿਹਾ ਹੈ। ਡੇਰੇਦਾਰ ਵਿਧੀ ਵਿਧਾਨ ਦੀ ਪੈਦਾਇਸ਼ ਅਜੋਕਾ ਅੰਮ੍ਰਿਤਧਾਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸੱਚਾ ਸਿੱਖ ਬਣਨ ਦੇ ਥਾਂ ਆਪਣੇ ਪਰਾਏ ਸਭ ਦਾ ਨਾਸ਼ ਕਰੀ ਜਾਣ ਵਾਲਾ ਬਾਬਾ ਜਰਨੈਲ ਸਿੰਘ ਦੇ ਕਥਨ ਵਾਲਾ ਬੰਬ ਪੈਦਾ ਹੋ ਰਿਹਾ ਹੈ। ਕੁਆਲਿਟੀ ਦੇ ਥਾਂ ਕੁਆਂਟਿਟੀ ਪ੍ਰਧਾਨ ਬਣ ਬੈਠੀ ਹੈ। ਕਿਵੇਂ ਪਵੇ ਇਸ ਪਤਤ ਪੁਣੇ ਦੇ ਤੂਫਾਨ ਨੂੰ ਠੱਲ। ਸਤਿਗੁਰਾਂ ਲਈ ਤਾਂ ਅਸੀਂ ਬੇਪਰਤੀਤੇ ਬਣ ਗਏ, ਕੌਣ ਹੋਵੇ ਅੱਜ ਸਾਡਾ ਸਹਾਈ। ਇਹ ਸਾਰਾ ਪੰਥਕ ਘਾਟਾ ਦਸ਼ਮੇਸ਼ ਜੀ ਦੇ ਹੁਕਮ ਨੂੰ ਇੱਕ ਸਾਲ ਸਮਝ ਕੇ ਉਸ ਦੇ ਹਰ ਪੱਖ ਅਨੁਸਾਰ ਜੀਵਨ ਜੁਗਤ ਬਣਾਈ ਰੱਖਣ ਦੇ ਥਾਂ ਆਪਣੀ ਵਿਉਂਤ ਅਨੁਸਾਰ ਉਸ ਦੀਆਂ ਵੰਡੀਆਂ ਪਾ ਲੈਣ ਦੇ ਕਾਰਨ ਵਾਪਰਿਆ ਹੈ। ਪੱਬਰ ਤੂੰ ਹਰਿਆਵਲਾ ਕਵਲਾ ਕੰਚਨ ਵਨ ਕਹਿ ਦੋਖੜੇ ਸੜਿਓ ਕਾਲੀ ਹੋਈ ਆ ਦੇਹੁਰੀ ਨਾਨਕ ਮੈਂ ਤਨ ਭੰਗ ਜਾਣਾ ਪਾਣੀ ਨਾ ਲਹਾਂ ਜੈ ਸੇਤੀ ਮੇਰਾ ਸੰਗ ਜਿਤ ਡਿੱਠੇ ਤਨ ਪਰ ਫੁੜੈ ਚੜੇ ਚਵਗਣ ਵਨ। ਪੰਨਾ 1412। ਕਿਤਾਬ ਵਿਪਰਨ ਕੀ ਰੀਤ ਤੋਂ ਸੱਚ ਦਾ ਮਾਰਗ ਭਾਗ 5ਵਾਂ। ਲੇਖਕ ਸਰਦਾਰ ਗੁਰਬਖਸ਼ ਸਿੰਘ ਕਾਲਾ ਅਫਗਾਨਾ। 7ਵੇਂ ਕਾਂਡ ਦਾ ਚੌਥਾ ਭਾਗ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।